ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦੇ ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਹੈਲਥ ਐਂਡ ਫਿਟਨੈਸ ਸੈਗਮੈਂਟ ਦੇ ਤਹਿਤ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹ ਵਿਸ਼ਵ ਪ੍ਰਸਿੱਧ ਹਰਬਲ ਮੈਡੀਸਨ ਦੇ ਐਕਸਪਰਟ ਹਨ, ਜਿਨ੍ਹਾਂ ਨੂੰ ਅਕਸਰ ਤੁਸੀਂ ਟੀਵੀ ਤੇ ਜਾਂ ਸੋਸ਼ਲ ਮੀਡੀਆ ਪਲੇਟਫਾਰਮਸ ਉੱਪਰ ਕਹਿੰਦਿਆਂ ਸੁਣਿਆ ਜਾਂ ਦੇਖਿਆ ਹੋਵੇਗਾ ਕਿ ਯੋਰ ਫੂਡ ਇਜ਼ ਯੋਰ ਮੈਡੀਸਨ। ਤੁਹਾਡਾ ਭੋਜਨ ਹੀ ਤੁਹਾਡੀ ਦਵਾ ਹੈ। ਬਿਲਕੁਲ ਸਹੀ ਸੋਚ ਰਹੇ ਜੇ। ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਅਰੀਦਮਨ ਸਿੰਘ ਮਾਹਲ, ਜਿਹੜੇ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਤੋਂ ਸੰਬੰਧ ਰੱਖਦੇ ਨੇ। ਆਓ ਜੀ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਡਾਕਟਰ ਸਾਹਿਬ ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਬਹੁਤ ਮਿਹਰਬਾਨੀ, ਸ਼ੁਕਰੀਆ। ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਸਤਿਕਾਰ ਭੇਟ। ਡਾਕਟਰ ਸਾਹਿਬ, ਮੈਂ ਖੁਦ ਪਰਸਨਲੀ ਤੌਰ ਤੇ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਫੋਲੋ ਵੀ ਕਰਦਾ ਵਾਂ ਜੀ। ਸਾਡੇ ਕੁਝ ਦਰਸ਼ਕਾਂ ਦੀਆਂ ਫੋਨ ਕਾਲਸ ਆਈਆਂ, ਟੈਕਸਟ ਮੈਸੇਜ ਆਏ ਕਿ ਡਾਕਟਰ ਸਾਹਿਬ ਨੂੰ ਲੱਭਿਆ ਜਾਵੇ, ਸੰਪਰਕ ਕੀਤਾ ਜਾਵੇ। ਅਸੀਂ ਨਾਲ ਦੇ ਨਾਲ ਜੀ ਤਾਰਾਂ ਜੋੜਤੀਆਂ, ਤੁਹਾਡੇ ਨਾਲ ਸੰਪਰਕ ਸਾਧਿਆ ਗਿਆ ਔਰ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਉਸੇ ਵੇਲੇ ਹਾਮੀ ਭਰ ਦਿੱਤੀ ਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਗਏ। ਮੇਰਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਆ ਕਿ ਕੋਵਿਡ ਦਾ ਸਮਾਂ ਚੱਲ ਰਿਹਾ ਜੀ, ਲਗਭਗ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ, ਪਰ ਇਸ ਦੌਰਾਨ ਜਿਹੜੀ ਹਾਹਾਕਾਰ ਸਾਰੀ ਦੁਨੀਆ ਦੇ ਵਿੱਚ ਮਚੀ ਹੋਈ ਆ, ਉਸ ਦੌਰਾਨ ਇੱਕ ਸ਼ਬਦ ਜਿਹੜਾ ਜੀ ਬੜਾ ਪ੍ਰਚਲਿਤ ਹੋਇਆ, ਇਮਿਊਨ ਸਿਸਟਮ। ਇਹ ਇਮਿਊਨ ਸਿਸਟਮ ਕੀ ਆ ਔਰ ਇਮਿਊਨ ਸਿਸਟਮ ਦੇ ਕਮਜ਼ੋਰ ਹੋਣ ਦੇ ਕੀ ਕਾਰਨ ਹੋ ਸਕਦੇ ਨੇ ਜੀ? ਇਹ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ ਜੀ। ਬਿਲਕੁਲ ਦਰੁਸਤ ਕਿਹਾ ਤੁਸੀਂ। ਇਸ ਵੇਲੇ ਅਸੀਂ ਕੋਵਿਡ-19 ਦੀ ਗ੍ਰਿਫਤ 'ਚ ਆਏ ਹਾਂ ਤੇ ਸਾਨੂੰ ਬਹੁਤ ਦੌੜ ਭੱਜ ਪੈ ਗਈ ਕਿ ਹੁਣ ਕੀ ਕਰੀਏ, ਜਦੋਂ ਕੋਈ ਵੀ ਇਲਾਜ ਪ੍ਰਬੰਧ ਨਹੀਂ ਹੈ, ਕੋਈ ਦਵਾਈ ਕੰਮ ਨਹੀਂ ਕਰਦੀ ਹੈ। ਪਰ ਮੁੱਢ ਕਦੀਮ ਤੋਂ ਜਿਹੜੇ ਸਾਡੇ ਏਂਸ਼ੀਅੰਟ ਹੈਲਥ ਸਿਸਟਮ ਸੀ, ਉਹਦੇ ਵਿੱਚ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਜਾਂਦਾ ਸੀਗਾ ਕਿ ਪ੍ਰੀਵੈਂਟਿਵ, ਕਿਊਰੇਟਿਵ ਐਂਡ ਰੀਹੈਬਿਲਿਟੇਸ਼ਨ। ਟ੍ਰੀਟਮੈਂਟ ਦੇ ਇਹ ਤਿੰਨ ਹਿੱਸੇ ਹੁੰਦੇ ਆ ਤੇ ਇਹ ਜਿਹੜੀ ਸਾਡੀ ਏਂਸ਼ੀਅੰਟ ਹੈਲਥ ਵਿਜ਼ਡਮ ਆ, ਇਹਦੇ ਉੱਤੇ ਸਾਰਾ ਭਾਰ, ਸਾਰਾ ਪ੍ਰਭਾਵ ਪਾਇਆ ਜਾਂਦਾ ਸੀ ਕਿ ਲੈਟ ਅਸ ਨਾਟ ਫਾਲ ਸਿਕ, ਆਓ ਬਿਮਾਰੀ ਨਾ ਹੋਈਏ। ਪ੍ਰੀਵੈਂਟਿਵ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਸੀ। ਅੱਜ ਤੋਂ 5-7 ਹਜ਼ਾਰ ਸਾਲ ਪਹਿਲਾਂ ਜਦੋਂ ਅਸੀਂ ਜਨ ਸਮੂਹਾਂ 'ਚ ਰਹਿੰਦੇ ਸਾਂ, ਕਬੀਲਿਆਂ 'ਚ ਰਹਿੰਦੇ ਸਾਂ, ਪਹਾੜਾਂ ਦੀਆਂ ਨੁੱਕਰਾਂ ਖੁੰਦਰਾਂ 'ਚ ਰਹਿੰਦੇ ਸਾਂ, ਜੰਗਲਾਂ 'ਚ ਰਹਿੰਦੇ ਸਾਂ, ਤਾਂ ਉਸ ਵੇਲੇ ਜਨ ਸਮੂਹ ਦਾ ਜਿਹੜਾ ਮੁਖੀਆ ਹੁੰਦਾ ਸੀ, ਉਹੀ ਸਾਰੇ ਪ੍ਰਬੰਧ ਕਰਦਾ ਸੀ। ਉਹਨੇ ਆਪਣੇ ਕਬੀਲੇ ਦੀ, ਜਨ ਸਮੂਹ ਦੀ ਰੱਖਿਆ ਵੀ ਕਰਨੀ ਹੈ ਦੁਸ਼ਮਣਾਂ ਤੋਂ ਤੇ ਅੰਦਰੂਨੀ ਦੁਸ਼ਮਣਾਂ ਤੋਂ, ਜਿਨ੍ਹਾਂ ਨੂੰ ਅਸੀਂ ਵਾਇਰਸ ਕਿਹਾ, ਬੈਕਟੀਰੀਆ ਕਿਹਾ, ਫੰਗਸ ਕਿਹਾ। ਪਿਛਲੇ ਸਮੇਂ 'ਚ ਇਹ ਬੜਾ ਪ੍ਰਚਲਿਤ ਹੁੰਦਾ ਸੀ ਕਿ ਕੋਈ ਬੰਦਾ ਬਿਮਾਰ ਹੋਣਾ, ਉਹਨੂੰ ਕਹਿਣਾ ਇਹਨੂੰ ਭੂਤ ਚੰਬੜ ਗਏ ਆ। ਤੇ ਉਹ ਭੂਤ ਕੀ ਚੰਬੜਦੇ ਸੀ? ਜਾਂ ਤਾਂ ਉਹ ਵਾਇਰਲ ਡਿਜ਼ੀਜ਼ ਹੁੰਦੀ ਸੀ, ਜਾਂ ਬੈਕਟੀਰੀਅਲ ਹੁੰਦੀ ਸੀ, ਜਾਂ ਫੰਗਲ ਡਿਜ਼ੀਜ਼ ਹੁੰਦੀ ਸੀ। ਉਹ ਉਹਦਾ ਖਹਿੜਾ ਨਹੀਂ ਸੀ ਛੱਡਦੀ, ਉਹਨੂੰ ਕੁੱਟ ਲੈਂਦੇ ਸੀ, ਕਦੀ ਗੁੱਗਲ ਤਖਾ, ਕਦੀ ਚਮਟੇ ਮਾਰ, ਕਦੀ ਕੁਛ ਕਰ। ਇਹ ਕੁਛ ਨਹੀਂ ਸੀ ਹੁੰਦਾ। ਸਾਡੇ ਬਲੀਵ ਸੀਗੇ ਜਿਹੜੇ ਮੁੱਢ ਕਦੀਮ ਤੋਂ ਸਾਡੇ ਨਾਲ ਚੱਲਦੇ ਰਹੇ। ਸੋ ਇਸ ਕਰਕੇ ਪੁਰਾਤਨ ਹੈਲਥ ਸਿਸਟਮ ਦੇ ਵਿੱਚ ਇਸ ਗੱਲ ਦੇ ਉੱਤੇ ਪੂਰਾ ਜ਼ੋਰ ਦਿੱਤਾ ਗਿਆ, ਲੈਟ ਅਸ ਨਾਟ ਫਾਲ ਸਿਕ, ਆਓ ਬਿਮਾਰੀ ਨਾ ਹੋਈਏ। ਤੇ ਸਾਡੇ ਕੋਲ ਉਹਦਾ ਤਵੀਜ਼ ਕੀ ਸੀ, ਸਾਡੇ ਕੋਲ ਉਹਦਾ ਕੈਪਸੂਲ ਕੀ ਸੀ, ਸਾਡੇ ਕੋਲ ਉਹਦਾ ਜਵਾਬ ਕੀ ਸੀ? ਇਹ ਕਿ ਸਾਡਾ ਸਰੀਰ ਇੰਨਾ ਪਰਪੱਕ ਹੋਵੇ, ਉਹਦਾ ਇਮਿਊਨ ਸਿਸਟਮ ਇੰਨਾ ਉੱਚਾ ਹੋਵੇ, ਸਾਡੇ ਅੰਦਰ ਸੁਪਰ ਕੰਪਿਊਟਰ ਰੱਬ ਨੇ ਜਿਹੜਾ ਫਿੱਟ ਕੀਤਾ ਹੋਇਆ ਹੈ, ਉਹਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਲੜਨ ਦੀ ਕੈਪੈਸਿਟੀ ਪਾਈ ਹੋਈ ਹੈ। ਬਹੁਤ ਸਾਰੀਆਂ ਐਡਵਰਸਿਟੀਜ਼, ਬੜੀਆਂ ਐਡਵਰਸ ਕੰਡੀਸ਼ਨ ਦੇ ਵਿੱਚੋਂ ਦੀ ਇਨਸਾਨ ਨੂੰ ਗੁਜ਼ਰਨਾ ਪੈਂਦਾ ਆ, ਔਰ ਮੁੱਢ ਕਦੀਮ ਤੋਂ ਗੁਜ਼ਰਦਾ ਆ ਰਿਹਾ ਹੈ ਕਿ ਉਹਨਾਂ ਐਡਵਰਸ ਕੰਡੀਸ਼ਨਸ ਦੇ ਨਾਲ ਤੇ ਇਹ ਵਾਇਰਸ, ਬੈਕਟੀਰੀਆ ਤੇ ਫੰਗਸ ਕਰਕੇ ਜਿਹੜੀਆਂ ਬਿਮਾਰੀਆਂ ਹੁੰਦੀਆਂ ਸਾਨੂੰ, ਇਹਨਾਂ ਦੇ ਨਾਲ ਲੜਨ ਦੇ ਲਈ ਅੰਦਰ ਦੀ ਜਿਹੜੀ ਤਾਕਤ ਹੈ, ਅੰਦਰੂਨੀ ਤਾਕਤ ਹੈ, ਉਸ ਤਾਕਤ ਨੂੰ ਅਸੀਂ ਇਮਿਊਨ ਸਿਸਟਮ ਕਹਿੰਦੇ ਹਾਂ। ਰੱਬ ਨੇ ਤਾਂ ਇਹ ਗਰੰਟੀ ਦਿੱਤੀ ਸੀ ਕਿ ਤੇਰੀ ਜਾ 120 ਸਾਲ ਤੈਨੂੰ ਉਮਰ ਦਿੱਤੀ, ਤੇ 120 ਸਾਲ ਦੀ ਉਮਰ ਭੁਗਤਦਾ ਸੀਗਾ। ਲੇਕਿਨ ਸਮੇਂ ਦੀ ਚਾਲ ਦੇ ਨਾਲ
ਸਾਇੰਟੀਫਿਕ ਐਡਵਾਂਸਮੈਂਟ ਦੇ ਨਾਲ, ਟੈਕਨੋਲੋਜੀ ਦੀ ਐਡਵਾਂਸਮੈਂਟ ਦੇ ਨਾਲ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ। ਜੇ ਪੰਜਾਬ ਦੇ ਸੱਭਿਆਚਾਰ ਤੇ ਕਲਚਰ ਦੀ ਗੱਲ ਕਰੀਏ ਤੇ ਮੈਂ ਇੱਥੇ ਮੋਹਨ ਸਿੰਘ ਦਾ ਜ਼ਿਕਰ ਕਰਾਂਗਾ, ਪ੍ਰੋਫੈਸਰ ਦਾ, ਕਿ ਪੰਜਾਬ ਦੇ ਜਵਾਨ ਮੌਤ ਨੂੰ ਮਖੌਲਾਂ ਕਰਨ, ਇਹ ਸਾਡੇ ਪੰਜਾਬ ਦਾ ਸੱਭਿਆਚਾਰ ਸੀ, ਇਹ ਸਾਡੀ ਵਿਰਾਸਤ ਸੀ ਕਿ ਮੌਤ ਨੂੰ ਤੇ ਸਮਝਦੇ ਹੀ ਕੁਛ ਨਹੀਂ। 80 ਸਾਲ ਦੀ ਉਮਰ 'ਚ ਵੀ ਬਾਪੂ ਸਵੇਰੇ 2:30 ਵਜੇ ਜੋ ਲੈਂਦਾ ਸੀਗਾ, ਢੱਗਿਆਂ ਦੀ ਹੋਵੇ, ਸੰਢਿਆਂ ਦੀ ਹੋਵੇ, ਤੇ ਕਿੱਲਾ ਵਾਹ ਕੇ ਵਾਪਸ ਮੁੜਦਾ ਸੀ। ਤੇ ਕਿੱਲਾ ਵਾਹੁਣ ਦੇ ਨਾਲ 12.5 ਮੀਲ ਦਾ ਪੈਂਡਾ ਹੁੰਦਾ, ਉਹਦੀ ਧੌੜੀ ਦੀ ਜੁੱਤੀ ਟੁੱਟ ਜਾਂਦੀ ਸੀ, ਬਲਦ ਆਪਣੇ ਗੋਡਿਆਂ ਦੇ ਆ ਜਾਂਦੇ ਸੀ, ਬਾਪੂ ਨਹੀਂ ਸੀ ਠੱਕਦਾ। ਉਹ ਬਾਪੂ ਕਿੱਥੇ ਗਿਆ? ਇਹ ਸਾਡੇ ਨਾਲ ਬਹੁਤ ਵੱਡੀ ਤਰਾਸਦੀ ਹੋਈ ਹੈ, ਬਹੁਤ ਵੱਡੀ ਟ੍ਰੈਜਡੀ ਹੋਈ ਹੈ। ਇਹ ਪੰਜਾਬ -3 ਤੋਂ ਲੈ ਕੇ 47 ਡਿਗਰੀ ਦੀ ਵੇਰੀਏਸ਼ਨ, 50 ਡਿਗਰੀ ਦੀ ਵੇਰੀਏਸ਼ਨ ਦਾ ਕਿੱਤਾ ਦੁਨੀਆ ਦੇ ਮਹਾਨ ਤੇ ਮਸ਼ਹੂਰ ਖਿੱਤਿਆਂ ਦੇ ਵਿੱਚੋਂ ਆ। ਜੇ ਤੁਸੀਂ ਗੂਗਲ ਤੇ ਵੀ ਝਾਤ ਮਾਰੋਗੇ ਤੇ ਟ੍ਰਾਇੰਗਲ ਨਜ਼ਰ ਆਏਗੀ ਜੀ। ਤਾਂ ਇੱਥੋਂ ਦੀਆਂ ਜੜੀ ਬੂਟੀਆਂ, ਇੱਥੋਂ ਦੇ ਫਲ ਫਰੂਟ, ਇੱਥੋਂ ਦੀ ਸਬਜ਼ੀ ਭਾਜੀ ਦੁਨੀਆ ਭਰ ਦੇ ਵਿੱਚ ਪ੍ਰਚਲਿਤ ਸੀ। ਔਰ ਉਹਦੇ ਕਰਕੇ ਤੇ ਸਾਨੂੰ ਇਹ ਵਿਲੱਖਣ ਜ਼ਿੰਦਗੀ ਮਿਲੀ। ਔਰ ਅਸੀਂ ਨਾਲੰਦਾ ਵਰਗੀਆਂ, ਟੈਕਸਲਾ ਵਰਗੀਆਂ ਯੂਨੀਵਰਸਿਟੀਜ਼ ਦੇ ਵਿੱਚ ਤੇ 10-10 ਹਜ਼ਾਰ ਸਟੂਡੈਂਟ, ਅੱਜ ਤੋਂ 5-7 ਹਜ਼ਾਰ ਪਹਿਲਾਂ ਵੀ ਪੜ੍ਹਦਾ ਸੀ। ਉਸ ਸੱਭਿਅਤਾ ਨੂੰ ਅਸੀਂ ਬਿਲੋਂਗ ਕਰਦੇ। ਲੇਕਿਨ ਸਫ਼ਰ ਕੀ ਅਸੀਂ ਕੀਤਾ? ਸਫ਼ਰ ਅਸੀਂ ਈਵਨ ਸਾਡੇ ਕੋਲ 3 ਪੰਜਾਬਾਂ ਦੀ ਸ਼ਕਲ ਆਉਂਦੀ ਹੈ। ਇੱਕ ਪੰਜਾਬ ਉਹ ਰਾਜਾ ਪੋਰਸ ਤੋਂ ਲੈ ਕੇ, ਇੱਕ ਪੰਜਾਬ ਜਿਹਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਤੇ ਇੱਕ ਉਹ ਪੰਜਾਬ ਜਿਹੜਾ ਅਜੇ ਅਸੀਂ ਵੇਖਿਆ ਨਹੀਂ, ਸਾਡੀਆਂ ਪ੍ਰਜ਼ੰਪਸ਼ਨ ਦੇ ਵਿੱਚ ਆ, ਅਸੀਂ ਸੋਚਦੇ ਹਾਂ ਏਦਾਂ ਦਾ ਹੋ ਜਾਣਾ। ਸੋ ਜਿਹੜਾ ਅਸੀਂ ਹੰਢਾ ਚੁੱਕੇ ਹਾਂ ਪੰਜਾਬ, ਉਹਨੂੰ ਅਸੀਂ ਅੱਜ ਨਾਲ ਨਹੀਂ ਕੰਪੇਅਰ ਕਰ ਸਕਦੇ। ਸਿਰਫ ਉਹਨੂੰ ਅਸੀਂ ਆਪਣਾ ਆਧਾਰ ਮੰਨਦੇ ਹਾਂ ਕਿ ਅਸੀਂ ਏਦਾਂ ਦੇ ਸੀ। ਅੱਜ ਅਸੀਂ ਕਿੱਥੇ ਪਹੁੰਚ ਗਏ ਹਾਂ? ਨਾ ਸਾਡੇ ਕੋਲ ਹਵਾ ਹੈ, ਨਾ ਸਾਡੇ ਕੋਲ ਪਾਣੀ ਹੈ, ਨਾ ਸਾਡੇ ਕੋਲ ਜ਼ਮੀਨ ਹੈ। ਅਸੀਂ ਪਹੁੰਚ ਕਿੱਥੇ ਗਏ ਹਾਂ? ਕਿਹੜੀ ਤਰੱਕੀ ਕੀਤੀ? ਉਹ 120 ਸਾਲ ਦੀ ਉਮਰ ਰੱਬ ਨੇ ਸਾਨੂੰ ਬਖਸ਼ਿਸ਼ ਦੇ ਕੇ ਭੇਜਿਆ ਸੀ, ਜਾ ਐਸ਼ ਕਰ, ਜਾ ਕੇ ਮੁਸ਼ੱਕਰ ਕਰ, ਮਿਹਨਤ ਕਰ, ਦੁਨੀਆ ਦਾ ਰੰਗ ਰੂਪ ਵੇਖ, ਰਸ ਮਾਣ, ਰੰਗ ਮਾਣ, ਐਸ਼ ਕਰ। ਅਸੀਂ ਕਿੱਥੇ ਆ ਗਏ? 60 ਦੇ ਉੱਤੇ 6 ਬਿਮਾਰੀਆਂ, ਹਰ ਕਿਸੇ ਦੇ ਬੈੱਡ ਸਾਈਡ ਤੇ 4 ਬੋਤਲਾਂ ਇੱਧਰ ਪਈਆਂ, 4 ਇੱਧਰ ਪਈਆਂ। ਲੇਕਿਨ 40 ਦੇ ਤੇ ਪੱਕੀਆਂ 4 ਬਿਮਾਰੀਆਂ ਆ ਗਈਆਂ। ਕਸੂਰ ਕਿਹਦਾ ਹੈ? ਸਾਡਾ ਆਪਣਾ। ਤਾਂ ਹੀ ਤੇ ਅਸੀਂ ਕਸੂਰਵਾਰ ਮੰਨਦੇ ਹਾਂ। ਮੈਂ ਕਾਹਦਾ ਨਾਰਾ ਤੇ ਆ ਮੇਰੇ ਪਿੱਛੇ ਵੀ ਲਿਖਿਆ ਹੋਇਆ ਹੈ, ਲੈਟ ਯੂਰ ਫੂਡ ਬੀ ਯੂਰ ਮੈਡੀਸਨ। ਤੁਹਾਡਾ ਭੋਜਨ ਇਹੋ ਜਿਹਾ ਹੋਵੇ ਕਿ ਤੁਸੀਂ ਫੇਰ 120 ਸਾਲ ਦੀ ਉਮਰ ਭੋਗੋ। ਬਾਪੂ ਫੌਜਾ ਸਿੰਘ 100 ਸਾਲ ਦੀ ਉਮਰ ਤੇ ਜਾ ਕੇ ਵੀ ਕ੍ਰਾਸ ਕੰਟਰੀਆਂ ਲਾਈ ਜਾਂਦਾ, ਰੇਸਾਂ ਲਾਈ। ਬਿਲਕੁਲ ਜੀ, ਬਿਲਕੁਲ। ਇਹ ਸਾਡੀ ਵਿਰਾਸਤ ਸੀ, ਹਰ ਬਾਪੂ ਇਹੋ ਜਿਹਾ ਸੀ। ਲੇਕਿਨ ਸਾਡੇ ਨਾਲ ਧੋਖਾ ਹੋਇਆ, ਸਾਡੇ ਨਾਲ ਫਰੇਬ ਹੋਇਆ, ਸਾਡੇ ਨਾਲ ਦਗਾ ਹੋਇਆ ਪੰਜਾਬ ਦੇ ਨਾਲ। ਅੱਜ ਅਸੀਂ ਜਦੋਂ ਐਨਾਲਿਸਿਸ ਕਰਦੇ ਹਾਂ ਤੇ ਗੱਡੀ ਤੇ ਚੱਲਣੀ ਸੀ ਅੰਮ੍ਰਿਤਸਰ ਤੋਂ ਦਿੱਲੀ ਦੀ, ਗੱਡੀ ਤੇ ਚੱਲਣੀ ਸੀ ਅੰਮ੍ਰਿਤਸਰ ਤੋਂ ਬੰਬੇ ਦੀ, ਗੱਡੀ ਤੇ ਚੱਲਣੀ ਸੀ ਅੰਮ੍ਰਿਤਸਰ ਤੋਂ ਪਸ਼ਾਵਰ ਦੀ। ਇਹ ਗੱਡੀਆਂ ਚੱਲੀਆਂ ਜਾਂ ਨਾ ਚੱਲੀਆਂ, ਸਾਡੀ ਗੱਡੀ ਚੱਲ ਪਈ ਕੈਂਸਰ ਦੀ। ਪੰਜਾਬ ਦੇ ਵਿੱਚ ਪਾਣੀ, ਹਵਾ ਤੇ ਸੋਇਲ, ਸਾਡੀ ਜ਼ਮੀਨ, ਸਾਡੀ ਮਾਂ ਐਡੀ ਪੋਲਿਊਸ਼ਨ ਹੋ ਗਈ ਹੈ, ਉਹ ਠੂਠਾ ਫੜ ਕੇ ਮੰਗਦੀ ਫਿਰਦੀ ਹੈ, ਮੇਰੀ ਜਾਨ ਬਖਸ਼ ਦਿਓ। ਹਵਾ ਕਹਿੰਦੀ ਹੈ ਮੇਰੀ ਜਾਨ ਬਖਸ਼ ਦਿਓ। 5 ਤੱਤਾਂ ਤੋਂ ਇਨਸਾਨ ਬਣਿਆ ਸੀ। ਪੰਚ ਮਹਾਭੌਤਿਕ ਸਾਡੀ ਜਿਹੜੀ ਬਾਡੀ ਹੈ, ਉਹ ਕਿਹੜੀ ਹੈ? ਆਕਾਸ਼, ਸਪੇਸ, ਅਗਨੀ, ਸੂਰਜ, ਧਰਤੀ, ਸੋਇਲ, ਪਾਣੀ ਤੇ ਹਵਾ। ਇਸੇ ਦਾ ਹੀ ਤੇ ਪੁਤਲਾ ਬਣਿਆ ਹੋਇਆ। ਇਸ ਪੁਤਲੇ ਦਾ ਜਿਸ ਚੀਜ਼ ਦਾ ਬਣਿਆ ਆ, ਜਿਹੜੇ ਤੁਹਾਡੇ ਆਧਾਰ ਤੱਤ ਨੇ, ਜਿਹੜੇ ਆਧਾਰਿਕ ਭੌਤਿਕ ਤੱਤ ਨੇ, ਉਹਨਾਂ ਨੂੰ ਅਸੀਂ ਨਹੀਂ ਬਖਸ਼ਿਆ। ਜੋ ਅਸੀਂ ਪਾਣੀ ਦੀ ਹਾਲਤ ਕੀਤੀ ਹੈ, ਜੋ ਅਸੀਂ ਹਵਾ ਦੀ ਹਾਲਤ ਕੀਤੀ ਹੈ, ਜੋ ਅਸੀਂ ਸੋਇਲ ਦੀ ਹਾਲਤ ਕੀਤੀ ਹੈ, ਕੀ ਕੁਦਰਤ ਸਾਨੂੰ ਪਨਿਸ਼ਮੈਂਟ ਨਹੀਂ ਦੇਗੀ?
ਸਾਨੂੰ ਪਨਿਸ਼ਮੈਂਟ ਦੇ ਲਈ ਤਿਆਰ ਰਹਿਣਾ ਚਾਹੀਦਾ। ਉਹੀ ਪਨਿਸ਼ਮੈਂਟ ਦਾ ਹਿੱਸਾ ਅੱਜ ਅਸੀਂ ਕੋਵਿਡ-19 ਵਰਗੀਆਂ ਬਿਮਾਰੀਆਂ ਝੇਲ ਰਹੇ ਹਾਂ। ਦੁਨੀਆ ਦਾ ਕੋਈ ਕੋਨਾ, ਦੁਨੀਆ ਦਾ ਕੋਈ ਇਨਸਾਨ ਇਸ ਵੇਲੇ ਬਚਾਅ ਦੇ ਲਈ ਦੌੜ ਰਿਹਾ ਹੈ ਕਿ ਕਿੱਥੋਂ ਕਿਵੇਂ ਬਚਣਾ ਆ। ਇਹ ਇੱਕ ਗਲੋਬਲ ਵਿਲੇਜ ਬਣਾਇਆ ਅਸੀਂ। ਗਲੋਬਲ ਵਿਲੇਜ ਦੀ ਗੱਲ ਕਰਦੇ ਸਨ ਨਾ ਕਿ ਸਾਰਾ ਸੰਸਾਰ ਇੱਕ ਪਿੰਡ ਹੋਏਗਾ, ਤੇ ਸੱਚੀ ਮੁੱਚੀ ਇੱਕ ਪਿੰਡ ਹੋ ਗਿਆ। ਇਸ ਪਿੰਡ ਦੀ ਕੋਈ ਵੀ ਨੁੱਕਰ ਇਸ ਵਾਇਰਸ ਤੋਂ ਖਾਲੀ ਨਹੀਂ ਹੈ। ਇਹ ਅੱਜ ਨਹੀਂ ਆਇਆ, ਇਹ ਮੁੱਢ ਕਦੀਮ ਤੋਂ ਆ ਰਹੇ ਨੇ। ਜੇ ਅਸੀਂ ਪਿਛਲੇ 100 ਸਾਲ ਦੀ ਹਿਸਟਰੀ ਲਈਏ ਤੇ ਇਹ ਵਾਇਰਲ ਡਿਜ਼ੀਜ਼ਸ ਨੇ ਇਨਸਾਨੀ ਲਾਈਫ ਦੇ ਉੱਤੇ ਕਿੰਨੇ ਇਨਵੇਜਨ ਕੀਤੇ ਆ। ਚਾਹੇ ਉਹ ਸਪੈਨਿਸ਼ ਫਲੂ ਸੀ, ਚਾਹੇ ਉਹ ਮਰਸ ਸੀ, ਚਾਹੇ ਉਹ ਸਾਰਸ ਸੀ, ਚਾਹੇ ਬਹੁਤ ਸਾਰੀਆਂ ਵਾਇਰਲ ਜਿਹੜੀਆਂ ਇਨਵੇਜਨ ਸਾਡੇ ਤੇ ਹੋਏ ਆ। ਉਹਦੇ ਵਿੱਚ ਇੱਕ ਸੀਰੀਜ਼ ਸੀ ਉਹ HN ਦੀ ਸੀ, ਤੇ ਦੂਸਰੀ ਸੀਰੀਜ਼ ਸੀ ਜਿਹੜੀ ਉਹ ਸੀ ਕਰੋਨਾ ਦੀ। ਬਿਲਕੁਲ। ਸੋ ਇਹ ਕਰੋਨਾ ਦਾ ਸਾਡੇ ਉੱਤੇ ਤੀਸਰਾ ਹਮਲਾ ਆ। ਸਾਰਸ ਵੀ ਇਹੋ ਹੀ ਸੀ, ਮਰਸ ਵੀ ਇਹੋ ਹੀ ਸੀ, ਤੇ ਹੁਣ ਕੋਵਿਡ-19 ਵੀ ਉਹੀ ਹੈ। ਔਰ ਜੇ ਅਸੀਂ ਬਹੁਤ ਪਿੱਛੇ ਚਲੇ ਜਾਈਏ, ਜਿਸ ਵੇਲੇ 1918 ਦੀ ਗੱਲ ਕਰੀਏ ਤਾਂ ਉਸ ਵੇਲੇ 5 ਕਰੋੜ ਲੋਕ ਮਾਰੇ ਗਏ ਸੀ ਇਸ ਵਾਇਰਲ ਡਿਜ਼ੀਜ਼ ਤੋਂ। ਲੇਕਿਨ ਅਫਸੋਸ ਇਸ ਚੀਜ਼ ਦਾ ਹੈ, ਸਾਡੇ ਸਾਇੰਟਿਸਟ ਨੇ ਬੜੀ ਤਰੱਕੀ ਕੀਤੀ। ਅਸੀਂ ਮੰਗਲ ਤੇ ਚਲੇ ਗਏ, ਚੰਦਰਮਾ ਤੇ ਚਲੇ। ਉਹ ਸਪੂਤਨਿਕ ਜਿਹੜਾ ਰਸ਼ੀਆ ਨੇ ਰਾਕਟ ਛੱਡਿਆ ਸੀ, ਸਭ ਤੋਂ ਪਹਿਲਾਂ ਚੰਦਰਮਾ ਦੇ ਉੱਤੇ ਪਹੁੰਚਿਆ ਸੀ। ਉਹੀ ਸਪੂਤਨਿਕ ਅੱਜ ਟੀਕਾ ਬਣ ਕੇ ਸਾਰੀ ਦੁਨੀਆ ਦੇ ਵਿੱਚ ਭਰਮਣ ਕਰ ਰਿਹਾ। ਤਾਂ ਕੀ ਖੱਟਿਆ ਅਸੀਂ ਚੰਦਰਮਾ ਤੇ ਜਾ ਕੇ? ਅਸੀਂ ਕੀ ਖੱਟਿਆ ਜਦੋਂ ਅਸੀਂ ਦੁਨੀਆ ਭਰ ਦੇ ਸਾਇੰਟਿਸਟ ਨੇ ਇਨਸਾਨੀ ਜ਼ਿੰਦਗੀ ਦਾ ਪ੍ਰਬੰਧ ਨਾ ਕੀਤਾ। ਸੋ ਡਾਕਟਰ ਸਾਹਿਬ ਕਹਿਣ ਦਾ ਮਤਲਬ ਆ ਕਿ ਜਿਹੜੇ ਅਸੀਂ ਹਵਾ ਨੂੰ, ਪਾਣੀ ਨੂੰ, ਜ਼ਮੀਨ ਨੂੰ ਦੂਸ਼ਿਤ ਕਰ ਦਿੱਤਾ ਵਾ, ਉਹੀ ਕਾਰਨ ਹੈ ਕਿ ਸਾਡਾ ਇਮਿਊਨ ਸਿਸਟਮ ਇੰਨਾ ਕਮਜ਼ੋਰ ਹੋ ਚੁੱਕਾ। ਬਿਲਕੁਲ ਦਰੁਸਤ ਹੈ। ਤੇ ਡਾਕਟਰ ਸਾਹਿਬ, ਜਿਵੇਂ ਅਸੀਂ ਜ਼ਿਕਰ ਕੀਤਾ ਕਿ ਤੁਸੀਂ ਹਰਬਲ ਮੈਡੀਸਨ ਦੇ ਮਾਹਰ ਜੇ, ਬਹੁਤ ਲੰਬੇ ਸਮੇਂ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਜੇ, ਤੇ ਹਰਬਲ ਜਿਹੜਾ ਮੈਡੀਸਨ ਸਿਸਟਮ ਆ, ਇਹਦੇ ਤਹਿਤ ਜਿਹੜਾ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ, ਇਸ ਨੂੰ ਮਜ਼ਬੂਤ ਕਿਵੇਂ ਕੀਤਾ ਜਾ ਸਕਦਾ, ਸਟਰੈਂਥਨ ਕਿਵੇਂ ਕੀਤਾ ਜਾ ਸਕਦਾ, ਇਹ ਵੀ ਦੱਸ ਦਿਓ ਜੀ। ਬਹੁਤ ਵਧੀਆ ਸਵਾਲ ਕੀਤਾ ਤੁਸੀਂ, ਤੇ ਮੈਂ ਦੱਸਦਾ ਜਾਵਾਂ ਕਿ ਜੋ ਬ੍ਰਹਿਮੰਡ ਹੈ ਸੋ ਹੀ ਪਿੰਡ ਹੈ। ਜੋ ਕੁਛ ਇਹ ਸਾਡਾ ਸਰੀਰ ਹੈ, ਇਹ ਸਾਰੇ ਦਾ ਸਾਰਾ ਉਹ ਆ ਜਿਹੜਾ ਬ੍ਰਹਿਮੰਡ ਹੈ। ਹਿਊਮਨ ਬਾਡੀ ਇਜ਼ ਅ ਮਿਨੀਏਚਰ ਆਫ ਯੂਨੀਵਰਸ, ਜਿਵੇਂ ਅਸੀਂ ਪੰਜ ਭੌਤਿਕ ਸਰੀਰ ਦੀ ਗੱਲ ਕੀਤੀ। ਸੋ ਅੱਜ ਜ਼ਰੂਰਤ ਇਹ ਆ ਕਿ ਜਿਹੜੀਆਂ ਇਸ ਪਿੰਡ ਨੂੰ, ਬਾਡੀ ਨੂੰ ਕੁਦਰਤ ਦੇ ਨਾਲ ਪਾਈਪਲਾਈਨਸ ਨੇ ਜਿਹੜੀਆਂ ਜੋੜਦੀਆਂ ਨੇ, ਉਹ 5 ਨੇ। ਉਹਨਾਂ 5 ਦੇ ਉੱਤੇ ਅਸੀਂ ਧਿਆਨ ਕੇਂਦਰਿਤ ਕਰ ਲਈਏ ਤੇ ਉਹਦੇ ਉੱਤੇ ਬਣਦਾ ਸਹਿਯੋਗ ਕਰੀਏ, ਕਿਉਂਕਿ ਸਾਡੀ ਬਿਰਤੀ ਨਹੀਂ ਸਹਿਯੋਗ ਕਰਨ ਦੀ ਕੁਦਰਤ ਦੇ ਨਾਲ। ਕੁਦਰਤ ਦੀ ਬਿਰਤੀ ਹੈ ਸਾਡੇ ਨਾਲ ਸਹਿਯੋਗ ਕਰਨ ਦੀ, ਤੇ ਮੈਨੂੰ ਲੱਗਦਾ ਹੈ ਕਿ ਅਸੀਂ ਬਿਮਾਰੀ ਨਹੀਂ ਹੁੰਦੇ। ਉਹਦੇ ਚ ਪਹਿਲੀ ਬੈਰਲ ਕਿਹੜੀ ਹੈ, ਪਹਿਲੀ ਪਾਈਪ ਕਿਹੜੀ ਆ, ਪਹਿਲਾ ਲਿੰਕ ਕਿਹੜਾ ਆ? ਉਹ ਹੈਗਾ ਤੁਹਾਡਾ ਆਹਾਰ। ਆਹਾਰ ਦਾ ਮਤਲਬ ਹੈ ਤੁਹਾਡਾ ਖਾਣਾ, ਪੀਣਾ ਤੇ ਸੂੰਘਣਾ ਜੀ। ਇਹਦੇ ਨਾਲ ਸਾਡੀ ਗਰੋਥ ਹੁੰਦੀ ਹੈ, ਡਿਵੈਲਪਮੈਂਟ ਹੁੰਦੀ ਹੈ, ਮੇਨਟੇਨੈਂਸ ਹੁੰਦੀ ਹੈ। ਦੂਸਰਾ ਚੈਨਲ, ਦੂਸਰਾ ਬੈਰਲ, ਦੂਸਰਾ ਕਨੈਕਸ਼ਨ, ਉਹ ਹੈਗਾ ਤੁਹਾਡਾ ਵਿਵਹਾਰ। ਤੁਸੀਂ ਲੋਕਾਂ ਦੇ ਨਾਲ ਵਿਚਰਦੇ ਕਿਵੇਂ ਹੋ, ਲੋਕਾਂ ਦੇ ਨਾਲ ਤੁਹਾਡਾ ਚਾਲ ਚੱਲਣ ਕੀ ਹੈ। ਸੋ ਆਹਾਰ, ਵਿਵਹਾਰ, ਵਿਚਾਰ, ਜੇ ਤੁਹਾਡੇ ਵਿਚਾਰ ਬਹੁਤ ਸ਼ੁੱਧ ਨੇ, ਬਹੁਤ ਤੀਖਣ ਨੇ, ਬਹੁਤ ਉੱਚਤਮ ਨੇ, ਤੇ ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਤੋਂ ਬਚ ਸਕਦੇ। ਤੁਹਾਡਾ ਆਚਾਰ, ਕਰੈਕਟਰ, ਕਿਰਦਾਰ, ਉਹ ਕਿੰਨਾ ਖੂਬਸੂਰਤ ਹੋਣਾ ਚਾਹੀਦਾ, ਕਿੰਨਾ ਹਿਊਮਨ ਹੋਣਾ ਚਾਹੀਦਾ, ਕਿੰਨੀ ਉਹਦੇ ਚ ਇਨਸਾਨੀਅਤ ਭਰੀ ਹੋਣੀ ਚਾਹੀਦੀ। ਅੱਜ ਸਾਨੂੰ ਐਨਾਲਿਸਿਸ ਕਰਨਾ ਪਏਗਾ। ਸੰਚਾਰ, ਤੁਹਾਡੀ ਬੋਲੀ ਸ਼ੈਲੀ ਕੈਸੀ ਹੈ? ਕੀ ਤੁਸੀਂ ਜਦੋਂ ਗੱਲ ਕਰਦੇ ਹੋ ਤੇ ਤੁਹਾਡੇ ਮੂੰਹ ਦੇ ਵਿੱਚੋਂ ਮੋਤੀ ਡਿੱਗਦੇ? ਤੁਹਾਡੀ ਗੱਲਬਾਤ ਕਿਸੇ ਨੂੰ ਕਿੰਨੀ ਮਿੱਠੀ ਲੱਗਦੀ ਹੈ? ਤੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਕ, ਜਦੋਂ ਤੁਸੀਂ ਮਿੱਠਾ ਬੋਲਦੇ ਹੋ, ਮਨ ਤੋਂ, ਦਿਲ ਤੋਂ ਸੁਹਿਰਦ ਹੋ,
ਤੁਹਾਡੇ ਵਿਚਾਰ ਬੜੇ ਉੱਚੇ ਸੁੱਚੇ ਆ, ਜ਼ਰੂਰਤਮੰਦ ਦੀ ਮਦਦ ਕਰਦੇ ਹੋ ਤੇ ਕਿੰਨਾ ਕੁ ਮਜ਼ਾ ਆਉਂਦਾ ਜ਼ਿੰਦਗੀ ਦਾ, ਲੇਕਿਨ ਅਸੀਂ ਇਹਨੂੰ ਪਿੱਟ ਕਰ ਬੈਠੇ। ਸੋ ਆਹਾਰ, ਵਿਵਹਾਰ, ਆਚਾਰ, ਵਿਚਾਰ ਤੇ ਸੰਚਾਰ, ਇਹ ਸਾਰੀਆਂ ਦੀਆਂ ਸਾਰੀਆਂ ਅਗਰ ਸਿਧਾਂਤਕ ਹੋਣਗੀਆਂ, ਕੁਦਰਤ ਦੇ ਨਾਲ ਇਹਦੀ ਪੈਰਿਟੀ ਹੋਏਗੀ, ਰਚ ਵਿਚ ਕੇ ਚੱਲੇਗੀ, ਤੇ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਕਦੇ ਵੀ ਬਿਮਾਰ ਨਹੀਂ ਹੋ ਸਕਦੇ। ਸੋ ਇਹਦੇ ਉੱਤੇ ਬੜੀਆਂ ਲੰਬੀਆਂ ਚਰਚਾਵਾਂ ਹੋ ਸਕਦੀਆਂ, ਪਰ ਅੱਜ ਅਸੀਂ ਇੰਨੀ ਕੁ ਗੱਲ, ਜਿਹੜਾ ਤੁਸੀਂ ਸਵਾਲ ਕਰ ਰਹੇ ਹੋ, ਸਿਰਫ ਆਹਾਰ ਦੀ ਗੱਲ ਕਰਨੀ ਹੈ। ਆਹਾਰ ਦਾ ਮਤਲਬ ਹੈ ਤੁਹਾਡਾ ਭੋਜਨ ਜੀ। ਉਹ ਤੁਹਾਡਾ ਭੋਜਨ ਕਿਹੋ ਜਿਹਾ ਹੋਵੇ, ਤੁਹਾਡਾ ਭੋਜਨ ਕਦੋਂ ਖਾਣਾ, ਕਿਵੇਂ ਖਾਣਾ, ਕਿੰਨਾ ਖਾਣਾ, ਕਿਉਂ ਖਾਣਾ, ਨਹੀਂ ਖਾਣਾ ਤੇ ਕਿਉਂ ਨਹੀਂ ਖਾਣਾ, ਇਹ ਨਾ ਪਹਿਲੀ ਦੇ ਕਾਇਦੇ 'ਚ ਲਿਖਿਆ ਹੋਇਆ ਹੈ ਤੇ ਨਾ PhD ਵਾਲੇ ਇਹਦੇ ਤੇ ਰਿਸਰਚ ਕਰ ਰਹੇ। ਅਸੀਂ ਪਿੱਠ ਵਿਖਾ ਬੈਠੇ। ਸੋ ਭੋਜਨ ਜਿਹੜਾ ਆ, ਉਹ ਸਾਡਾ ਭੋਜਨ ਕਿਹੋ ਜਿਹਾ ਹੋਵੇ, ਇਹ ਸਾਨੂੰ ਗੁਰਬਾਣੀ ਦੇ ਵਿੱਚ ਵੀ ਅੰਕਿਤ ਹੈ, ਗੁਰਬਾਣੀ ਦੇ ਵਿੱਚ ਵੀ ਆਧਾਰਿਤ ਹੈ, ਜਿੱਥੋਂ ਸਾਨੂੰ ਸਾਰੀ ਸੇਧ ਮਿਲਦੀ ਹੈ ਕਿ ਤੁਹਾਡਾ ਭੋਜਨ ਜਿਹੜਾ ਆ ਉਹ 36 ਪਦਾਰਥ ਸੰਮਿਲਿਤ ਹੋਣਾ ਚਾਹੀਦਾ ਹੈ। ਨਿਊਟ੍ਰੀਸ਼ਨਲ ਸਾਇੰਟਿਸਟ ਨੇ ਜਿਹੜੇ, ਡਾਇਟੀਸ਼ੀਅਨਸ ਨੇ ਜਿਹੜੇ, ਉਹ ਕਹਿੰਦੇ ਆ ਕਿ ਤੁਹਾਡੇ ਭੋਜਨ ਦੇ ਵਿੱਚ 6 ਤੱਤ ਹੋਣੇ ਚਾਹੀਦੇ ਆ। ਉਹ ਝੂਠ ਨਹੀਂ ਬੋਲਦੇ। ਕਾਰਬੋਹਾਈਡਰੇਟਸ ਹੋਣੇ ਚਾਹੀਦੇ ਆ, ਪ੍ਰੋਟੀਨਸ ਹੋਣੇ ਚਾਹੀਦੇ ਆ, ਫੈਟਸ ਹੋਣੇ ਚਾਹੀਦੇ ਆ, ਮਿਨਰਲਸ ਹੋਣੇ ਚਾਹੀਦੇ ਆ, ਵਿਟਾਮਿਨਸ ਹੋਣੇ ਚਾਹੀਦੇ ਆ, ਪਾਣੀ ਹੋਣਾ ਚਾਹੀਦਾ, ਯੈਸ ਹੋਣੇ ਚਾਹੀਦੇ ਆ। ਇਸੇ ਨੂੰ ਉਹ ਸੰਤੁਲਿਤ ਭੋਜਨ ਕਹਿੰਦੇ ਆ ਕਿ ਤੁਹਾਡੀ ਡਾਈਟ ਬੈਲੈਂਸਡ ਹੋਣੀ ਚਾਹੀਦੀ ਹੈ। ਡਾਈਟ ਬੈਲੈਂਸਡ ਹੋਏਗੀ ਤੇ ਤੁਹਾਡਾ ਸਰੀਰ ਤਾਕਤਵਰ ਹੋਏਗਾ, ਮੰਨ ਲਿਆ। ਪਰ ਜਿਹੜੇ ਕੁਦਰਤ ਨੇ, ਰੱਬ ਨੇ ਬਣਾਏ ਹੋਏ ਸਿਧਾਂਤ ਹੈ, ਉਹਨਾਂ ਤੋਂ ਅਸੀਂ ਬਹੁਤ ਦੂਰ ਹੈ। ਉਹਦੇ ਵਿੱਚ 36 ਪਦਾਰਥਾਂ ਦਾ ਜ਼ਿਕਰ ਹੋਇਆ, 6 ਦਾ ਉਹਦੇ ਵਿੱਚ ਹੀ ਸ਼ਾਮਲ ਆ, 30 ਹੋਰ ਨੇ। ਉਹਨਾਂ ਦਾ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਬ੍ਰਹਿਮੰਡ ਦੇ ਵਿੱਚ 7 ਹੀ ਰੰਗ ਹੋਏ, 8ਵਾਂ ਰੰਗ ਕੋਈ ਨਹੀਂ ਹੋਇਆ। ਮਿਲਾ ਕੇ ਮੋਬਾਈਲ ਤੇ ਕਰੋੜਾਂ ਰੰਗ ਬਣਾ ਲਓ, ਕੀ ਸਾਡੇ ਭੋਜਨ ਦੇ ਵਿੱਚ 7 ਰੰਗ ਸ਼ਾਮਲ ਨੇ? 6 ਸਵਾਦ ਬ੍ਰਹਿਮੰਡ ਦੇ ਵਿੱਚ, ਕੁਦਰਤ ਦੇ ਵਿੱਚ, ਸੰਸਾਰ ਦੇ ਵਿੱਚ ਕੁਦਰਤ ਨੇ 6 ਸਵਾਦ ਬਣਾਏ ਆ, ਜਿਹਦੇ ਵਿੱਚ 5 ਤਾਂ ਇਕੱਲੇ ਔਲੇ ਚ ਹੁੰਦੇ ਆ। ਇਸੇ ਕਰਕੇ ਕਹਿੰਦੇ ਆ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਬਾਅਦ ਚ ਪਤਾ ਲੱਗਾ। ਕੱਲਾ ਲੂਣ ਨਹੀਂ ਉਹਦੇ ਚ ਹੈਗਾ, ਬਾਕੀ ਉਹਦੇ ਚ ਖੱਟਾ ਵੀ ਆ, ਮਿੱਠਾ ਵੀ ਆ, ਕੌੜਾ ਵੀ ਆ, ਐਸਟ੍ਰਿੰਜੈਂਟ ਵੀ ਆ, ਲੂਣਾ ਵੀ ਆ। ਸੋ ਲੂਣ ਉਹਦੇ ਚ ਕੱਢ ਦੋ ਪਰੇ, ਤੇ ਬਾਕੀ ਦੇ ਬਾਕੀ ਸਾਰੇ ਸਵਾਦ ਥੱਲੇ ਔਲੇ ਚ ਆ। ਮੈਂ ਗੱਲ ਕਰ ਰਿਹਾ ਕੁਦਰਤ ਦੀ। ਸੋ 7 ਤੇ 6 13 ਤੁਸੀਂ ਗਿਣਤੀ ਲਾ ਲਿਓ 36 ਪਦਾਰਥਾਂ ਦੀ। ਉਸ ਤੋਂ ਬਾਅਦ ਆਉਂਦੇ ਆ ਤਸੀਰਾਂ। 2 ਹੀ ਤਸੀਰਾਂ ਬਣੀਆਂ, ਇੱਕ ਠੰਡੀ ਹੁੰਦੀ ਹੈ, ਇੱਕ ਗਰਮ ਹੁੰਦੀ ਹੈ। ਰੋਜ਼ ਲੋਕਾਂ ਦੇ ਨਾਲ ਇਹੀ ਗੱਲਾਂ ਕਰਦੇ ਆ, ਭਈ ਗਰਮ ਤਸੀਰ, ਗਰਮ ਮਸਾਲੇ, ਗਰਮ ਜਲ, ਹੈ ਨਾ, ਵਾਈ ਚੀਜ਼ਾਂ ਆਉਂਦੀਆਂ ਆ। ਸੋ ਵਾਈ ਕਿਹੜੀਆਂ ਹੁੰਦੀਆਂ ਆ? ਗਰਮ ਖੁਸ਼ਕ ਹੁੰਦਾ ਹੈ ਤੇ ਗਰਮ ਤਰ ਹੁੰਦਾ। ਰੋਜ਼ ਸਮਝਾਉਂਦੇ ਆ ਲੋਕਾਂ ਨੂੰ। ਸੋ 2 ਤਸੀਰਾਂ ਸਾਡੇ ਭੋਜਨ ਦੇ ਵਿੱਚ ਹੈਗੀਆਂ। ਉਸ ਤੋਂ ਬਾਅਦ 6 ਨਿਊਟ੍ਰੀਐਂਟਸ ਵੀ ਅਸੀਂ ਬਾਹਰ ਨਹੀਂ ਕੱਢਦੇ, ਉਹ ਵੀ ਵਿੱਚ ਹੀ ਨੇ। ਤੇ ਜਦੋਂ ਤੁਸੀਂ ਸਾਰਿਆਂ ਦਾ ਜੋੜ ਲਾਓਗੇ, 15 ਅਰੋਮਾਸ ਨੇ। ਜਾਇਫਲ, ਜਵਤਰੀ, ਦਾਲਚੀਨੀ, ਮਗਾ, ਛੋਟੀ ਇਲਾਇਚੀ, ਮੋਟੀ ਇਲਾਇਚੀ, ਸੌਂਫ, ਅਜਵਾਇਣ। ਰੋਜ਼ ਅਸੀਂ ਪ੍ਰੀਚ ਕਰਦੇ ਹਾਂ, ਟੀਚ ਕਰਦੇ ਹਾਂ, ਪ੍ਰੋਪੇਗੇਟ ਕਰਦੇ ਹਾਂ ਕਿ ਉਹਨਾਂ ਦਾ ਰਸ, ਸਤ, ਵੀਰਿਆ, ਵਿਪਾਕ, ਉਹਨਾਂ ਦੀ ਖੁਸ਼ਬੂ, ਉਹਨਾਂ ਦਾ ਰੰਗ, ਉਹਨਾਂ ਦਾ ਸਵਾਦ, ਉਹਨਾਂ ਦੇ ਨਿਊਟ੍ਰੀਐਂਟਸ ਕਿਸ ਤਰੀਕੇ ਦੇ ਨਾਲ ਆਪਸ ਚ ਮਿਲ ਕੇ ਸਾਡੇ ਸਰੀਰ ਦੇ ਉੱਤੇ, ਸਾਡੀ ਕੈਮਿਸਟਰੀ ਦੇ ਉੱਤੇ, ਬਾਇਓਕੈਮਿਸਟਰੀ ਤੇ ਪ੍ਰਭਾਵ ਪਾਉਂਦੇ ਆ। ਫਿਰ ਕਿਸ ਤਰ੍ਹਾਂ ਫੂਡ ਦਾ ਮੈਟਾਬੋਲਿਜ਼ਮ ਹੁੰਦਾ ਹੈ, ਤੇ ਫੂਡ ਦੇ ਮੈਟਾਬੋਲਿਜ਼ਮ ਜਿਹੜਾ ਆ ਉਹ ਸਾਡੀ ਬਾਡੀ ਦਾ ਮੈਟਾਬੋਲਿਜ਼ਮ ਡਿਟਰਮਿਨ ਕਰਦਾ ਆ। ਅਸੀਂ ਇਹਨਾਂ ਗੱਲਾਂ ਤੋਂ ਅਧੂਰੇ ਹਾਂ। ਸੋ ਭੋਜਨ ਤੁਹਾਡਾ 36 ਪਦਾਰਥ ਸੰਮਿਲਿਤ ਹੋਣਾ ਚਾਹੀਦਾ ਹੈ। ਸੋ ਇੱਕ ਪਾਸੇ ਸੰਤੁਲਿਤ ਭੋਜਨ ਹੈ, ਜਿਹੜੇ ਮਾਡਰਨ ਸਾਇੰਟਿਸਟ ਕਹਿੰਦੇ ਆ ਯੈਸ ਹੋਣਾ ਚਾਹੀਦਾ। ਇੱਕ ਪਾਸੇ ਗੁਰਬਾਣੀ ਕਹਿੰਦੀ ਆ ਸੰਪੂਰਨ ਭੋਜਨ। ਸੋ ਸੰਤੁਲਿਤ ਤੇ ਸੰਪੂਰਨ ਚ ਜਿਹੜਾ ਫਰਕ ਹੈ, ਉਹਦਾ ਸਾਨੂੰ ਜੇ ਅਗਰ ਪਤਾ ਲੱਗ ਜਾਏ, ਤੇ ਫਿਰ ਅਸੀਂ ਕਵਾਂਗੇ ਕਿ ਸਾਡੇ ਭੋਜਨ ਦੇ ਵਿੱਚ 7 ਰੰਗ ਵੀ ਹੋਣੇ ਚਾਹੀਦੇ ਆ, 6 ਸਵਾਦ ਵੀ ਹੋਣੇ ਚਾਹੀਦੇ ਆ, 2 ਤਸੀਰਾਂ ਵੀ ਹੋਣੀਆਂ ਚਾਹੀਦੀਆਂ, 6 ਨਿਊਟ੍ਰੀਐਂਟਸ ਵੀ ਹੋਣੇ ਚਾਹੀਦੇ ਆ, ਤੇ 15 ਅਰੋਮਾਸ ਵੀ ਹੋਣੇ ਚਾਹੀਦੇ। ਕੀ ਬਾਤ ਹੈ। ਫਿਰ ਅਸੀਂ ਇਮਿਊਨ ਸਿਸਟਮ ਦੀ ਗੱਲ ਕਰਦੇ ਹਾਂ ਕਿ ਜਦੋਂ ਤੁਹਾਡਾ ਆਹਾਰ ਸੰਪੂਰਨ ਹੋਏਗਾ, ਜਦੋਂ ਤੁਹਾਡਾ ਵਿਵਹਾਰ
ਹਾਸੇ ਖੇੜੇ ਠੱਠੇ ਮਜ਼ਾਕ ਖੁਸ਼ੀਆਂ ਢਿੱਡੀ ਪੀੜਾ ਪਾਉਣ ਵਾਲੇ ਹਾਸੇ ਲਮਲੇਟ ਹੋਣ ਵਾਲੇ ਹਾਸੇ ਜਿਹੜੇ ਗਾਇਬ ਹੋ ਗਏ ਨੇ। ਇਸ ਵੇਲੇ ਤਾਂ 에ਅਰ ਹੋਸਟਸ ਦੀ ਸਮਾਈਲ ਰਹੇਗੀ ਜਿਹਦੇ ਵਿੱਚ ਹੁੰਦਾ ਹੀ ਕੁਝ ਨਹੀਂ। ਉਹ ਫੁੱਲ ਰਹਿ ਗਏ ਨੇ ਗੁਲਾਬ ਦੇ ਜਿਹਨੂੰ ਸੁੰਘ ਸੁੰਘ ਕੇ ਨਸਾਂ ਬੰਦ ਹੋ ਜਾਂਦੀਆਂ, ਖੁਸ਼ਬੂ ਨਹੀਂ ਆਉਂਦੀ। ਸੋ ਦੇਸੀ ਗੁਲਾਬ ਵੀ ਗਾਇਬ ਹੋ ਗਿਆ ਇਸ ਵੇਲੇ। ਤਾਂ ਅੱਖਾਂ ਨੂੰ ਤਾਂ ਪਲੀਜ਼ ਕਰਦੇ ਆ, ਲੇਕਿਨ ਜਿਹੜਾ ਉਹਦੇ ਵਿੱਚ ਰਸ ਸਤ ਵੀਰਿਆ ਵਿਪਾਕ ਹੈ ਹੀ ਨਹੀਂਗਾ, ਜਿਹਦੇ ਸਿਰ ਤੇ ਸਾਡੀ ਕੈਮਿਸਟਰੀ ਚੱਲਦੀ ਹੈ। ਬਹੁਤ ਸਾਰੀਆਂ ਜੈਨੇਟਿਕਲ ਜਿਹੜੀਆਂ ਮੋਡੀਫਾਈਡ ਅਸੀਂ ਵੈਰਾਈਟੀਜ਼ ਲੈਂਦੀਆਂ, ਮੰਡੀ ਦਾ ਢਿੱਡ ਭਰਨ ਵਾਸਤੇ ਅਸੀਂ ਸਬਜ਼ੀਆਂ ਲਿਆਏ, ਅਸੀਂ ਫਲ ਲਿਆਏ, ਸਭ ਕੁਝ ਕੀਤਾ, ਐਡੀਆਂ ਐਡੀਆਂ ਮਿਰਚਾਂ ਸ਼ਿਮਲਾ ਹੋ ਗਈਆਂ, ਪਰ ਉਹਨਾਂ ਦੇ ਵਿੱਚ ਕੁਝ ਹੈਗਾ ਹੀ ਨਹੀਂ। ਇੱਥੇ ਅਸੀਂ ਗਲਤੀ ਖਾ ਗਏ, ਮਾਰ ਖਾ ਗਏ। ਤੇ ਪੰਜਾਬ ਨੇ ਕਿੱਥੇ ਮਾਰ ਖਾਧੀ ਹੈ? 1990 ਤੱਕ ਭਈ ਜੇ ਤੁਹਾਡੀ, ਕਿਉਂਕਿ 16 ਸੇਰ ਦਾ ਪੀਪਾ ਹੁੰਦਾ ਸੀਗਾ, 16 ਸੇਰ ਨੂੰ ਅਸੀਂ ਪੀਪਾ ਹੁੰਦਾ ਸੀ ਉਹਨੂੰ ਕੱਚਾ ਮਣ ਕਹਿੰਦੇ ਸੀ ਜੀ। ਤੇ 16 ਪੀਪੇ ਜੇ ਕਿਤੇ 20 ਪੀਪੇ ਕਿੱਲੇ ਦੇ ਵਿੱਚੋਂ ਕਣਕ ਦੇਸੀ ਨਿਕਲ ਆਉਂਦੀ ਸੀ ਤੇ ਬੱਲੇ ਬੱਲੇ ਹੋ ਜਾਂਦੀ ਸੀ। ਅੱਜ 16 ਪੀਪਿਆਂ ਤੋਂ 16 ਕੁਇੰਟਲ ਤੇ ਪਹੁੰਚ ਗਏ, 20 ਪੀਪਿਆਂ ਤੋਂ 20 ਕੁਇੰਟਲ ਤੇ ਪਹੁੰਚ ਗਏ। ਤੇ ਕਣਕ ਸਾਡੇ ਕੋਲ ਕਿਹੜੀ ਆ ਗਈ? ਉਸ ਵੇਲੇ ਲੰਬੇ ਲੰਬੇ ਨਾੜ ਹੁੰਦੇ ਸੀ ਤੇ ਇੱਕ ਨਾੜ ਨੂੰ ਇੱਕ ਸਿੱਟਾ ਲੱਗਦਾ ਸੀ। ਅੱਜ ਨਾੜ ਸੁੱਕੜ ਕੇ ਛੋਟਾ ਰਹਿ ਗਿਆ ਤੇ ਇੱਕ ਇੱਕ ਨਾੜ ਨੂੰ ਡਬਲ ਡਵਾਰਫ, ਟ੍ਰਿਪਲ ਡਵਾਰਫ, 3-3 ਸਿੱਟੇ ਲੱਗਣ ਲੱਗ ਗਏ। ਸੋ ਸਿੱਟਿਆਂ ਲੰਬੇ ਕਰ ਲਏ, ਨਾੜ ਛੋਟਾ ਕਰ ਲਿਆ। ਜਦੋਂ ਨਾੜ ਛੋਟਾ ਕੀਤਾ ਫਿਰ ਸਾਡੇ ਪਸ਼ੂ ਵੀ ਚਲੇ ਗਏ। ਜਦੋਂ ਅਸੀਂ ਸਿੱਟਾ ਵੱਡਾ ਕੀਤਾ ਸਾਡੇ ਕੋਲ ਢੇਰ ਸਾਰਾ ਝਾੜ ਹੋ ਗਿਆ, ਪੈਸੇ ਕਮਾ ਲਏ। ਕਮਾਏ ਕਾਹਦੇ ਨਾਲ? ਕਮਾਏ ਅਸੀਂ ਰੇਹਾਂ ਸਪਰੇਆਂ ਦੇ ਨਾਲ। ਅਸੀਂ ਜ਼ਮੀਨ 'ਚ ਬੀਜ ਸੁੱਟਣ ਤੋਂ ਪਹਿਲਾਂ ਜ਼ਮੀਨ ਦੇ ਵਿੱਚ ਕੈਮੀਕਲ ਪਾਉਨੇ ਆ। ਨੰਬਰ 2, ਬੀਜ ਜਿਹੜਾ ਆ ਉਹ ਲਾਲ ਪੀਲਾ ਨੀਲਾ ਹਰਾ ਰੰਗ ਕਰਕੇ ਆਉਂਦਾ, ਉਹ ਸਰਕਾਰਾਂ ਕੋਲ ਜਾਂ ਹੋਰ ਅਦਾਰਿਆਂ ਦੇ ਕੋਲ ਚਲਾ ਗਿਆ, ਉਹ ਦਿੰਦੇ ਆ ਤੇ ਅਸੀਂ ਫਸਲ ਬੀਜਦੇ ਆ। ਉਹ ਨਹੀਂ ਬੀਜਦੇ ਤੇ ਅਸੀਂ ਫਸਲ ਨਹੀਂ ਬੀਜਦੇ, ਨਾ ਫਸਲ ਹੁੰਦੀ। ਸੋ ਬੀ ਵੀ ਕੈਮੀਕਲੀ ਟ੍ਰੀਟਡ ਹੈ, ਜ਼ਹਿਰਾਂ ਦੇ ਨਾਲ ਟ੍ਰੀਟ ਕੀਤਾ ਹੁੰਦਾ ਆ। ਉਹ ਬੀ ਅਸੀਂ ਸੋ ਕਰਦੇ ਆ, ਉਸ ਤੋਂ ਬਾਅਦ ਫਸਲ ਉੱਗਦੀ ਹੈ। ਬੜੀ ਸੋਹਣੀ ਕੁਦਰਤ ਦੇ ਉਗਾਉਂਦੀ ਹੈ। ਉਹਦੇ ਉੱਤੇ ਤੇਲਾ ਪੈ ਗਿਆ, ਉਹਦੇ ਉੱਤੇ ਫਲਾਣਾ ਕੀੜਾ ਪੈ ਗਿਆ ਉਹਦੇ ਤੇ। ਸੋ ਉਸ ਵੇਲੇ ਸਾਡੇ ਕੋਲ ਹਰਬੀਸਾਈਡ, ਇਨਸੈਕਟੀਸਾਈਡ, ਪੈਸਟੀਸਾਈਡ ਅਸੀਂ ਸਪਰੇਆਂ ਮਾਰਦੇ ਆ। ਉਹ ਦਾਣਾ ਫਸਲ ਦਾ ਕਿੱਥੋਂ ਬਚੇਗਾ ਜਿਹੜੇ ਸਾਡੇ ਅੰਦਰ ਜਾਣਾ? ਉਸ ਤੋਂ ਬਾਅਦ ਆ ਗਈ ਘਰ ਫਸਲ। ਹੁਣ ਕੀ ਹੋਣਾ ਹੈ ਕਿ ਉਹਦੀ ਸ਼ੈਲਫ ਲਾਈਫ ਵਧਾਉਣ ਦੇ ਲਈ ਅਸੀਂ ਉਹਦੇ ਚ ਸਲਫਾਸ ਦੀਆਂ ਗੋਲੀਆਂ ਰੱਖਦੇ ਹਾਂ, ਜਿਹਦਾ ਅਜੇ ਤੱਕ ਕਿਸੇ ਨੇ ਸਵਾਦ ਨਹੀਂ ਦੱਸਿਆ। ਉਹ ਸਾਰਾ ਕੁਝ ਤੁਹਾਡੇ ਦਾਣਿਆਂ 'ਚ ਚਲਾ ਜਾਂਦਾ ਹੈ। ਸੋ ਇਹੋ ਜਿਹਾ ਭੋਜਨ ਦਾ ਆਧਾਰ, ਕਿਉਂਕਿ ਕਣਕ ਹੀ ਹੈ ਨਾ, ਪੇਟ ਨਾਲ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਇੱਕੋ ਹੀ ਗੱਲ ਹੁੰਦੀ ਸੀ। ਅੱਜ ਮੈਂ ਕਹਿੰਦਾ ਕਿ ਨਹੀਂ, ਉਹ ਗਲਤ ਹੋ ਗਿਆ। ਹੁਣ ਪੇਟ ਜੇ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਕਿਉਂਕਿ ਉਹ ਕਣਕ ਹੀ ਨਹੀਂ ਰਹਿ ਗਈ ਦੇਸੀ। ਬੜੇ ਜਵਾਨ ਮੁਟਿਆਰਾਂ ਵਰਗੇ ਦਾਣੇ ਚਿੱਟੇ। ਅੱਜ ਪਹਿਲਾਂ ਉਹ ਮੈਕਸੀਕਨ ਕਣਕ ਆ ਗਈ ਜੀ, ਉਹ ਕਾਲਾ ਆਟਾ ਹੋ ਗਿਆ ਜੀ। ਜਨਾਨੀਆਂ ਗੁੰਦ ਕੇ ਤੇ ਰੱਖ ਖਾਂਦੀਆਂ ਨਹੀਂ ਸੀ ਵੀ ਇਹਦਾ ਕੀ ਪਕਾਈਆ, ਕੀ ਆ ਗਿਆ। ਆ ਗਈਆਂ ਕਣਕਾਂ ਸਾਡੇ ਕੋਲ, ਝਾੜ ਵਧਾ ਲਏ। ਸੋ ਇਹ ਆਧਾਰ ਸੀ ਸਾਡਾ ਭੋਜਨ। ਜਦੋਂ ਅਸੀਂ ਇੰਨਾ ਕੈਮੀਕਲ ਟ੍ਰੀਟਡ ਜਿਹੜਾ ਸਮਾਨ ਵਰਤਾਂਗੇ, ਚਾਹੇ ਉਹ ਸਾਡੀ ਰੋਟੀ ਹੋਵੇ, ਚਾਹੇ ਉਹ ਸਾਡੀਆਂ ਹੋਰ ਚੀਜ਼ਾਂ ਹੋਣ, ਉਹ ਚਾਹੇ ਫਰੂਟ ਹੋਣ, ਚਾਹੇ ਸਬਜ਼ੀਆਂ ਹੋਣ, ਤੇ ਫਿਰ ਅਸੀਂ ਬਚਣਾ ਕਿੱਥੋਂ ਆ? ਗੱਲ ਅਸੀਂ ਇਮਿਊਨ ਸਿਸਟਮ ਦੀ ਕਰ ਰਹੇ ਹਾਂ। ਡਾਕਟਰ ਸਾਹਿਬ ਬਹੁਤ ਵਿਸਥਾਰ ਸਾਹਿਬ ਤੁਸੀਂ ਦੱਸ ਦਿੱਤਾ ਵੀ ਖੁਰਾਕ ਕਿਵੇਂ ਦੀ ਖਾਣੀ ਚਾਹੀਦੀ ਹੈ, ਸੰਪੂਰਨ ਆਹਾਰ ਕੀ ਹੁੰਦਾ। ਜਿਹੜੀ ਜੀ ਤੀਜੀ ਵੇਵ ਚੱਲ ਚੁੱਕੀ ਹੈ ਕੋਵਿਡ ਦੀ, ਸਾਰੀ ਦੁਨੀਆ ਇਹਦੇ ਨਾਲ ਪਰੇਸ਼ਾਨ ਆ। ਔਰ ਖਾਸ ਕਰਕੇ ਜਦੋਂ ਕਿਸੇ ਨੂੰ ਕੋਵਿਡ ਹੋ ਜਾਂਦਾ, ਇਹ ਇਹੋ ਜਿਹੀ ਨਾਮਰਦ ਬਿਮਾਰੀ ਆ ਜੀ ਕਿ ਸਰੀਰ ਨੂੰ ਧੂ ਕੇ ਰੱਖ ਦਿੰਦੀ ਆ, ਕਮਜ਼ੋਰੀ ਬਹੁਤ ਆ ਜਾਂਦੀ ਆ। ਤੇ ਜਿਹੜੇ ਲੋਕਾਂ ਨੂੰ ਆਲਰੇਡੀ ਕੋਵਿਡ ਹੋ ਚੁੱਕਿਆ ਜੀ, ਰਿਕਵਰੀ ਦੇ ਦੌਰਾਨ ਨੇ, ਕਿਉਂਕਿ ਰਿਕਵਰੀ ਨੂੰ 2-3 ਮਹੀਨੇ ਕਈ ਵਾਰ ਲੱਗ ਜਾਂਦੇ ਆ। ਸੋ ਰਿਕਵਰੀ ਨੂੰ ਕਿਵੇਂ ਅਸੀਂ ਫਾਸਟ ਕਰ ਸਕਦੇ ਹਾਂ, ਕਿਹੜੀ ਖੁਰਾਕ ਖਾਧੀ ਜਾਵੇ ਤੇ ਕਿਹੜੀ ਨਾ ਖਾਧੀ ਜਾਵੇ, ਇਹ ਵੀ ਦੱਸ ਦਿਓ। ਤੇ ਨਾਲ ਦੇ ਨਾਲ ਇਹ ਵੀ ਦੱਸ ਦਿਓ, ਕਿਉਂਕਿ ਕੋਵਿਡ ਦੇ ਦੌਰਾਨ ਲੋਕਾਂ ਦੇ ਵਿੱਚ ਮਾਨਸਿਕ ਪਰੇਸ਼ਾਨੀ ਤੇ ਮਾਨਸਿਕ ਤਣਾਅ ਬਹੁਤ ਵੱਧ ਚੁੱਕਿਆ ਜੀ। ਇਹਨਾਂ ਬਾਬਤ ਵੀ ਦੱਸ ਦਿਓ ਕਿ ਕੀ ਸੁਝਾਅ ਨੇ, ਕਿਵੇਂ ਅਸੀਂ ਆਪਣੇ ਮਾਨਸਿਕ ਜਿਹੜਾ ਸੰਤੁਲਨ ਬਣਾ ਕੇ ਰੱਖ ਸਕਦੇ ਹਾਂ। ਅਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਫਿਰਮਾਨ ਸਾਹਿਬ ਜੀ, ਪ੍ਰੀਵੈਂਟਿਵ, ਕਿਊਰੇਟਿਵ ਤੇ ਰੀਹੈਬਿਲਿਟੇਟਿਵ। ਜਦੋਂ ਅਸੀਂ ਬਿਮਾਰ ਹੁੰਨੇ ਆ, ਪਹਿਲਾਂ ਅਸੀਂ ਇਹ ਕੋਸ਼ਿਸ਼ ਕਰੀਏ ਕਿ ਬਿਮਾਰ ਹੀ ਨਾ ਹੋਈਏ। ਉੱਥੇ ਸਾਨੂੰ ਕੀ ਕਰਨਾ ਚਾਹੀਦਾ? ਫਿਰ ਕਿਊਰੇਟਿਵ ਅਗਰ ਹੋ ਗਏ ਆ ਤੇ ਫਿਰ ਕਿਉਰ ਹੋਣਾ ਅਸੀਂ ਕੀ ਕਰਨਾ?
ਤੇ ਤੀਸਰੀ ਚੀਜ਼ ਹੈਗੀ ਆ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਬਿਮਾਰ ਹੋ ਕੇ ਬਿਮਾਰੀ ਚਲੀ ਗਈ ਆ, ਫਿਰ ਪਹਿਲਾਂ ਦੀ ਤਰ੍ਹਾਂ ਅਸੀਂ ਫਿੱਟ ਕਿਵੇਂ ਹੋਣਾ, ਪਹਿਲਾਂ ਦੀ ਤਰ੍ਹਾਂ ਅਸੀਂ ਸਾਰੇ ਕੰਮਕਾਰ ਕਿਵੇਂ ਕਰਨੇ ਆ। ਇਹਦੇ ਵਿੱਚ ਸਰੀਰਕ ਵਿਕਾਰ ਕਮਜ਼ੋਰੀਆਂ ਤੇ ਮਾਨਸਿਕ ਵਿਕਾਰ ਕਮਜ਼ੋਰੀਆਂ ਆਈਆਂ ਨੇ, ਇਹਦੇ ਚ ਕੋਈ ਦੋ ਰਾਏ ਨਹੀਂ, ਬਹੁਤ ਵੱਡੇ ਲੈਵਲ ਦੇ ਉੱਪਰ ਆਈਆਂ। ਸੋ ਜਦੋਂ ਅਸੀਂ ਪ੍ਰੀਵੈਂਟਿਵ ਦੀ ਗੱਲ ਕਰਦੇ ਹਾਂ, ਚਾਹੇ ਉਹ ਕਰੋਨਾ ਹੋਵੇ, ਚਾਹੇ ਕੋਈ ਵੀ ਡਿਜ਼ੀਜ਼ ਹੋਵੇ, ਗੱਲ ਤੇ ਹੈ ਸਾਡੇ ਸਰੀਰ ਦੇ ਅੰਦਰ ਇਮਿਊਨ ਸਿਸਟਮ ਸਾਡਾ ਉੱਚਾ ਹੋਵੇ, ਉਹਦੀ ਇੱਕ ਰੂਟੀਨ ਹੋਣੀ ਚਾਹੀਦੀ ਹੈ। ਉਹ ਇਹ ਨਹੀਂ ਕਿ ਕੋਵਿਡ ਕਰਕੇ, ਉਹ ਤੇ ਤੁਹਾਡੀ ਜੀਵਨ ਸ਼ੈਲੀ ਹੋਣੀ ਚਾਹੀਦੀ, ਉਹ ਤੇ ਤੁਹਾਡੀ ਆਦਤ ਹੋਣੀ ਚਾਹੀਦੀ ਹੈ। ਹੱਸਣ ਖੇਡਣ ਮਨ ਕਾ ਚਾਓ। ਹੱਸਣਾ ਗਾਇਬ ਹੋ ਗਿਆ, ਹੁਣੇ ਆਪਾਂ ਗੱਲ ਕੀਤੀ। ਖੇਡਣਾ ਫਿਜ਼ੀਕਲ ਐਕਸਰਸਾਈਜ਼ ਕਰਦੇ ਹੀ ਨਹੀਂ, ਸਰੀਰ ਸਾਡੇ ਐਡੇ ਭਾਰੇ ਹੋ ਗਏ, ਤੋਂਦਾਂ ਸਾਡੀਆਂ ਏਡੀਆਂ ਹੋ ਗਈਆਂ, ਓਬੇਸਿਟੀ ਤੇ ਸਭ ਤੋਂ ਵੱਧ ਗੱਲਾਂ ਸੁਣਦੇ ਨੇ ਲੋਕ ਕਿ ਇਹਦੇ ਤੇ ਕਾਬੂ ਕਿੱਦਾਂ ਪਾਈਏ। ਖਾਣ ਲੱਗਿਆ ਅਸੀਂ ਅੱਗਾ ਪਿੱਛਾ ਨਹੀਂ ਦੇਖਦੇ, ਆਰਾਮ ਦਾ ਕੀੜਾ ਸਾਡੇ ਉੱਤੇ ਹਾਵੀ ਹੋਇਆ। ਮਨ ਕਾ ਚਾਓ, ਐਂਟਰਟੇਨਮੈਂਟ, ਅਮਿਊਜ਼ਮੈਂਟ, ਰੀਕ੍ਰੀਏਸ਼ਨ, ਹੱਸਣ ਦਾ ਸਿਲਸਿਲਾ ਬਣਾਈਏ। ਇਹਦੇ ਨਾਲ ਨਾਲ, ਕਿਉਂਕਿ ਕਹਿੰਦੇ ਹੁੰਦੇ ਆ ਕਿ ਜਿਹਦੇ ਕੋਲ ਮਨੋਬਲ ਹੈ ਉਹਦੇ ਕੋਲ ਸਰੀਰਕ ਬਲ ਹੁੰਦਾ ਹੈ। ਪੁਰਾਣੇ ਸਮੇਂ 'ਚ ਕਹਿੰਦੇ ਹੁੰਦੇ ਸੀ ਸਾਊਂਡ ਬਾਡੀ ਹਾਊਸਸ ਸਾਊਂਡ ਮਾਈਂਡ ਜੀ, ਲੇਕਿਨ ਮੈਂ ਉਹਨੂੰ ਨਕਾਰ ਦਿੰਦਾ ਹੈ। ਮੈਂ ਇਹ ਬੜੇ ਦਾਅਵੇ ਨਾਲ ਕਹਿਣਾ ਹੈ ਕਿ ਅਗਰ ਤੁਹਾਡੇ ਕੋਲ ਸਾਊਂਡ ਮਾਈਂਡ ਹੈ ਤੇ ਤੁਹਾਡੇ ਕੋਲ ਬਾਡੀ ਸਾਊਂਡ ਹੈ, ਅਦਰਵਾਈਜ਼ ਬਾਡੀ ਸਾਊਂਡ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਤੁਹਾਡੇ ਕੋਲ ਮਨੋਬਲ ਨਹੀਂ ਹੈ। ਬਿਲਕੁਲ ਜੀ, ਜਿਵੇਂ ਕਹਿੰਦੇ ਕਿ ਮਨ ਕੇ ਜੀਤੇ ਜੀਤ ਤੇ ਮਨ ਕੇ ਹਾਰੇ ਹਾਰ, ਜਗ ਜੀਤੇ ਜਗ ਜੀਤ। ਸੋ ਮਨ ਜਿੱਤ ਲਿਆ ਤੇ ਤੁਸੀਂ ਸਭ ਕੁਝ ਜਿੱਤ ਲਿਆ। ਕਿਸੇ ਵੇਲੇ ਅਸੀਂ ਮਨੋਵਿਕਾਰਾਂ ਤੇ ਵੀ ਜ਼ਰੂਰ ਕਰਾਂਗੇ ਜੀ, ਲੇਕਿਨ ਜਿੱਥੇ ਤੱਕ ਪ੍ਰੀਵੈਂਟਿਵ ਦੀ ਗੱਲ ਹੈ, ਮੈਂ ਇਹ ਕਹਾਂਗਾ ਕਿ ਕਹਿੰਦੇ ਹੁੰਦੇ ਆ ਜ਼ੁਕਾਮ ਦੀ ਬਿਮਾਰੀ ਹੈ ਜਿਹੜੀ ਆ, ਜਿੰਨੇ ਵੀ ਸਾਡੇ ਕੋਲ ਹੁਣ ਤੱਕ ਇਨਵੇਜਨ ਹੋਏ ਨੇ ਵਾਇਰਲ, ਇਹ ਸਾਰੇ ਜ਼ੁਕਾਮ ਹੀ ਆਏ। ਤੇ ਜ਼ੁਕਾਮ ਨੂੰ ਕੋਲਡ ਕਹਿੰਦੇ ਸੀ, ਜ਼ਿਆਦਾ ਹੋ ਗਿਆ ਤੇ ਬੈਡ ਕੋਲਡ ਹੋ ਗਿਆ, ਲੇਕਿਨ ਅੱਜ ਦੀ ਡੇਟ ਦੇ ਵਿੱਚ ਵਰਸਟ ਕੋਲਡ ਆ ਗਿਆ। ਵਰਸਟ ਕੋਲਡ ਹੈ ਜਿਹੜਾ, ਇਹਨੂੰ ਕੋਲਡ ਹੈ, ਠੰਡ ਦੀ ਗੱਲ ਹੈ, ਠੰਡੀਰ ਦੀ ਗੱਲ ਹੈ, ਬੜੀ ਕਾਮਨ ਸੈਂਸ ਦੀ ਗੱਲ ਹੈ। ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਠੰਡੀ ਤਸੀਰ ਦੀਆਂ ਤੇ ਠੰਡੇ ਟੱਚ ਦੀਆਂ, ਟੈਂਪਰੇਚਰ ਦੀਆਂ ਚੀਜ਼ਾਂ ਦੀ ਵਰਤੋਂ ਨਾ ਕਰੀਏ। ਪ੍ਰੀਵੈਂਟਿਵ ਦੀ ਗੱਲ ਕਰਨੀ, ਕੁਝ ਵੀ ਠੰਡਾ ਨਾ ਵਰਤੋ। ਇਹ ਵੀ ਇੱਕ ਪ੍ਰਭਾਵ ਚੱਲਿਆ ਯੂਐਨਓ ਵੱਲੋਂ, ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਆਇਆ ਕਿ ਡਾਇਬੀਟੀਜ਼ ਵਾਲੇ ਪਲੀਜ਼ ਬਚ ਕੇ ਰਹੋ। ਇਹ ਬੜਾ ਮਿਲ ਕੇ ਲੈਂਦਾ ਜੀ, ਕਿਉਂਕਿ ਸਰੀਰ ਦੇ ਅੰਦਰ ਗਲੂਕੋਜ਼ ਦੀ ਅਗਰ ਮਾਤਰਾ ਜ਼ਿਆਦਾ ਆ ਤੇ ਉਹਨੂੰ ਬੜਾ ਮਿਲ ਕੇ ਲੈਂਦਾ, ਉਹਦਾ ਫੂਡ ਹੈ ਇਸ ਵਾਇਰਸ ਦਾ। ਕੌੜ ਲਈਏ, ਕੁੜੱਤਣ ਲਈਏ। ਲੇਕਿਨ ਮੈਂ ਇਹ ਕਹਾਂਗਾ ਕਿ ਪ੍ਰੀਵੈਂਟਿਵ ਦੇ ਵਿੱਚ ਸ਼ੂਗਰ ਤੇ ਸ਼ੂਗਰੀ ਸਟਫ ਬੰਦ ਕਰ ਦੋ। ਮਿੱਠਾ ਸਿਰਫ ਇਸ ਵੇਲੇ ਫਰੂਟਸ ਤੋਂ ਲੈ ਲਓ, ਡਰਾਈ ਫਰੂਟਸ ਤੋਂ ਲੈ ਲਓ, ਕੁਦਰਤ ਦਾ ਬਣਾਇਆ ਹੋਇਆ ਮੈਨ ਮੇਡ ਮਿੱਠਾ, ਖੰਡ, ਸ਼ੂਗਰ ਛੱਡ ਦੋ, ਨਾ ਲਓ। ਪ੍ਰੀਵੈਂਟਿਵ ਦੀ ਗੱਲ ਕਰ ਰਹੇ ਹਾਂ ਅਸੀਂ। ਦੂਸਰੀ ਗੱਲ ਹੈ ਤੇ ਠੰਡੀਰ ਆ, ਠੰਡੀ ਬਿਮਾਰੀ ਆ, ਕੋਲਡ ਆ, ਬੈਡ ਕੋਲਡ ਆ, ਵਰਸਟ ਕੋਲਡ ਹੈ, ਤੇ ਇਹਦੇ ਲਈ ਅਸੀਂ ਗਰਮ ਤਸੀਰ ਦੀਆਂ ਚੀਜ਼ਾਂ ਤੇ ਗਰਮ ਟੱਚ ਦੀਆਂ। ਗਰਮ ਦੁੱਧ ਪੀਓ, ਜੇ ਉਹਦੇ ਚ ਮਾੜੀ ਜੀ ਹਲਦੀ ਪਾ ਕੇ ਅੱਧਾ ਚਮਚ ਸਵੇਰੇ ਸ਼ਾਮ ਲੈ ਲੋਗੇ ਤੇ ਹਲਦੀ ਐਂਟੀਬਾਇਓਟਿਕ, ਐਂਟੀ ਐਲਰਜਿਕ, ਐਂਟੀਸੈਪਟਿਕ, ਐਂਟੀ ਇਨਫਲੇਮੇਟਰੀ, ਐਂਟੀ ਕੈਂਸਰ, ਵਾਟ ਨਾਟ, ਜੇ ਅਸੀਂ ਲੈ ਲਈਏ ਤੇ ਕੋਈ ਹਰਜ ਨਹੀਂ, ਚੰਗੀ ਗੱਲ ਹੈ। ਕੁਛ ਚੰਗਾ ਹੀ ਕਰਨਾ, ਉਹਨੇ ਮਾੜਾ ਨਹੀਂ ਕਰਨਾ। ਉਸ ਤੋਂ ਬਾਅਦ ਕੋਰਟੀਕੋਸਟੀਰੋਇਡ ਟ੍ਰੀਟਮੈਂਟ, ਜਦੋਂ ਟ੍ਰੀਟਮੈਂਟ ਪ੍ਰੋਟੋਕਾਲ ਬਣਾਉਂਦੇ ਆ, ਇਹਦੇ ਚ ਕਈ ਤਰ੍ਹਾਂ ਦੇ ਵੱਖਰੇ ਬਣ ਰਹੇ ਆ, ਸਟੀਰੋਇਡ ਦੇ ਰਹੇ। ਸਟੀਰੋਇਡ ਸਾਡੇ ਬਹੁਤ ਸਾਰੀਆਂ ਬਿਮਾਰੀਆਂ ਦੀ ਵਰਤੋਂ ਚ ਆਉਂਦਾ। ਪ੍ਰੈਡਨੀਸੋਲੋਨ ਹੋ ਗਿਆ, ਬੀਟਾਮੀਥਾਸੋਨ ਹੋ ਗਿਆ, ਡੈਕਸਾਮੀਥਾਸੋਨ ਹੋ ਗਿਆ। ਮੇਰੀ ਉਹਦੇ ਤੇ ਮੁਹਾਰਤ ਨਹੀਂ ਹੈ, ਨਾ ਮੈਨੂੰ ਉਹਦੇ ਤੇ ਕਮੈਂਟ ਕਰਨਾ ਚਾਹੀਦਾ, ਪਰ ਮੈਂ ਇੱਕ ਗੱਲ ਕਹਿਣਾ ਕਿ ਰੱਬ ਨੇ ਵੀ ਸਟੀਰੋਇਡ ਬਣਾਇਆ ਹੋਇਆ ਹੈ। ਉਹ ਰੱਬ ਦਾ ਸਟੀਰੋਇਡ ਹੈਗਾ ਮਲੱਠੀ, ਲਿਕਰਸ। ਲਿਕਰਸ ਜਿਹੜੀ ਆ ਉਹ ਕੁਦਰਤੀ ਸਟੀਰੋਇਡ ਹੈ। ਜੇ ਅਸੀਂ ਮਲੱਠੀ ਉਬਾਲ ਕੇ ਹਲਕੀ ਜਿਹੀ ਇੰਨਾ ਕੁ ਟੁਕੜਾ ਲੈ ਕੇ ਪੀਸ ਕੇ ਰਾਤ ਨੂੰ ਭਿਉਂਦੇ ਹੋ, ਸਵੇਰੇ ਉਬਾਲ ਕੇ ਪੀ ਲਓ, ਸਵੇਰੇ ਉਹਦਾ ਨਾਲ ਗਲਾ ਵੀ ਸਾਫ਼ ਰਹੇਗਾ, ਸਭ ਕੁਛ ਹੈ। ਜੇ ਖਰਖਰੀ ਹੁੰਦੀ ਹੈ ਉਹ ਵੀ ਠੀਕ ਰਹੇਗੀ, ਬਲਗਮ ਹੁੰਦੀ ਹੈ ਉਹ ਵੀ ਠੀਕ ਰਹੇਗੀ। ਔਰ ਜਦੋਂ ਬਲੱਡ ਸਟ੍ਰੀਮ ਚਲਾ ਜਾਂਦਾ ਤਾਂ ਸਟੀਰੋਇਡ ਦਾ ਕੰਮ ਕਰਦਾ। ਕੁਦਰਤ ਦੀ ਬਣਾਈ ਹੋਈ ਚੀਜ਼ ਹੈ। ਜੇ ਅਸੀਂ ਮੁਲੱਠੀ ਦਾ ਕਾੜਾ ਪੀ ਲਾਂਗੇ ਤਾਂ ਸਾਡੀ ਬਹੁਤ ਹੈਲਪ ਕਰੇਗਾ। ਗੱਲ ਚੱਲੀ ਸੀ ਠੰਡ ਠੰਡੀਰ ਦੀਆਂ ਬਿਮਾਰੀਆਂ ਦੀ ਆਪਾਂ ਕਰ ਰਹੇ ਹਾਂ, ਉਹਦੇ ਵਿੱਚ ਗਰਮ ਤਸੀਰ ਦੀਆਂ ਚੀਜ਼ਾਂ
ਗਰਮ ਟੱਚ ਦੀ ਅਸੀਂ ਗੱਲ ਕਰ ਲਈ, ਤੱਤਾ ਦੁੱਧ ਪੀਣਾ, ਤੱਤੀ ਕੌਫੀ ਪੀਣੀ ਹੈ, ਤੱਤੀ ਚਾਹ ਪੀਣੀ ਹੈ। ਪੰਜਾਬੀ ਦੇ ਵਿੱਚ ਵੇਰੀਏਸ਼ਨ ਬੜੀ ਹੈ ਨਾ, ਇਹ ਡਿੱਗਾ ਆ, ਇਹ ਗੁੱਸਾ ਆ, ਇਹ ਗਰਮ ਆ, ਇਹ ਤੱਤਾ ਆ, ਵੇਰੀਏਸ਼ਨ ਬਹੁਤ ਹੈ, ਕਿਸੇ ਲੈਂਗੁਏਜ ਨਹੀਂ ਹੈ। ਸੋ ਸਾਨੂੰ ਗਰਮ ਤਸੀਰ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ, ਜਿਹਦਾ ਮੈਂ ਬੜਾ ਜ਼ਿਕਰ ਕੀਤਾ। 3 ਕੌੜੀਆਂ ਚੀਜ਼ਾਂ, ਕਾਲੀ ਮਿਰਚ, ਮਗਾਂ ਤੇ ਸੁੰਡ ਸਾਡੀ ਰਸੋਈ ਦੇ ਵਿੱਚ, ਸਾਡੀ 12 ਖਾਨਿਆਂ ਦੀ ਲੂਣਦਾਨੀ ਦੇ ਵਿੱਚ 3 ਖਾਨੇ ਉਹਨਾਂ ਘੇਰੇ ਪਏ। ਸੋ ਤ੍ਰਿਕਟੂ ਉਹਨਾਂ 3 ਚੀਜ਼ਾਂ ਤੋਂ ਬਣਦਾ। ਕਾਲੀ ਮਿਰਚ, ਮਗਾਂ ਤੇ ਸੁੰਡ ਮੰਨ ਲਓ 30 ਗ੍ਰਾਮ ਲੈ ਲੈਣੀਆਂ, ਪਾਊਡਰ ਬਣਾ ਕੇ 90 ਗ੍ਰਾਮ ਪਾਊਡਰ ਬਣਾ ਲਓ 3 ਚੀਜ਼ਾਂ ਦਾ, ਤੇ 90 ਗ੍ਰਾਮ ਵਿੱਚ ਮੁਨੱਕਾ ਪਾ ਲਓ। ਮੁਨੱਕਾ, ਮੇਵਾ ਨਹੀਂ, ਸੌਗੀ ਨਹੀਂ, ਮੁਨੱਕਾ, ਉਹ ਬਲੈਕ ਰੇਜ਼ਨ ਜਿਨ੍ਹਾਂ ਦੇ ਵਿੱਚ ਸੀਡ ਹੁੰਦਾ, ਸੀਡ ਕੱਟ ਕੇ ਸੁੱਟ ਦਿਓ, ਬਰੀਕ ਬਰੀਕ ਕੁਤਰਾ ਕਰਕੇ ਉਹਦਾ ਪਲਪ ਬਾਹਰ ਕੱਢ ਲਓ, ਤੇ ਉਹਦੇ ਨਾਲ ਮਿਲਾ ਕੇ ਇੱਕ ਗੋੜਾ ਜਿਹਾ ਬਣਾ ਲਓ। ਮਟਰਾਂ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲਓ, ਗਲੇ ਚ ਸੌਖੀਆਂ ਲੰਘ ਜਾਣ। 2 ਸਵੇਰੇ, 2 ਦੁਪਹਿਰੇ, 2 ਸ਼ਾਮੀ, ਬਾਅਦ ਚ ਹਲਦੀ ਵਾਲਾ ਦੁੱਧ ਪੀ ਲਓ, ਤੇ ਸਾਡੀਆਂ ਸਰੀਰ ਨੂੰ ਹਰਾਰਤ ਦੇਗੀ, ਬਹੁਤ ਸਾਰੀਆਂ ਅੰਦਰੂਨੀ ਬਿਮਾਰੀਆਂ ਦਾ ਪ੍ਰਬੰਧ ਕਰੇਗੀ, ਔਰ ਨਾਲ ਦੀ ਨਾਲ ਸਾਡਾ ਇਮਿਊਨ ਸਿਸਟਮ, ਚਾਹੇ ਉਹ ਵਾਇਰਲ ਇਨਵੇਜਨ ਹੋਵੇ, ਚਾਹੇ ਉਹ ਬੈਕਟੀਰੀਅਲ ਇਨਵੇਜਨ ਹੋਵੇ, ਚਾਹੇ ਉਹ ਫੰਗਲ ਇਨਵੇਜਨ ਹੋਵੇ, ਉਹਦੇ ਲਈ ਸਾਡੇ ਸਰੀਰ ਦੀ ਅੰਦਰ ਤਿਆਰੀ ਕਰੇਗੀ। ਉਹਨੂੰ ਫੇਸ ਕਰਨ ਦੇ ਲਈ ਸਾਡੇ ਸਿਸਟਮ ਨੂੰ, ਸਾਡੀਆਂ ਫੌਜਾਂ ਜਿਹੜੀਆਂ ਅੰਦਰ ਬੈਠੀਆਂ, ਉਹਨਾਂ ਨੂੰ ਚੰਗੇ ਆਰਮੋਲੇਸ਼ਨ ਦੇਗੀ, ਸਟਰੋਂਗ ਡਾਈਟ ਦੇਗੀ, ਚੰਗਾ, ਤਾਂ ਕਿ ਉਹ ਲੜ ਸਕਣ। ਸੋ ਇਸ ਕਰਕੇ ਗਰਮ ਟੱਚ ਤੇ ਗਰਮ ਤਸੀਰ ਦੀਆਂ ਚੀਜ਼ਾਂ, ਮੁਲੱਠੀ ਸਾਡੇ ਕੋਲ ਰੱਬ ਦਾ ਬਣਾਇਆ ਹੋਇਆ ਸਟੀਰੋਇਡ ਹੈ, ਇਹ ਸਾਰੇ ਦਾ ਸਾਰਾ ਪ੍ਰੀਵੈਂਟਿਵ। ਡਾਕਟਰ ਸਾਹਿਬ, ਸਮਾਂ ਸਮਾਪਤ ਹੋਣ ਵਾਲਾ ਵਾ, ਤੇ ਜਲਦੀ ਥੋੜਾ ਜਿਹਾ ਆਪਣੇ ਸੰਖੇਪ ਦੇ ਵਿੱਚ ਉੱਤਰ ਦੇ ਦਿਓ ਜੀ ਇਸ ਗੱਲ ਦਾ, ਤੇ ਆਪਾਂ ਫਿਰ ਪ੍ਰੋਗਰਾਮ ਦੀ ਸਮਾਪਤੀ ਕਰੀਏ ਜੀ। ਜਿੱਥੋਂ ਤੱਕ ਤੁਸੀਂ ਰੀਹੈਬਿਲਿਟੇਸ਼ਨ ਦੀ ਗੱਲ ਕੀਤੀ ਹੈ, ਇਸ ਵੇਲੇ ਸਾਈਕੋਸੋਮੈਟਿਕ ਪ੍ਰਭਾਵ ਪਏ ਨੇ। ਇਸ ਬਿਮਾਰੀ ਨੇ ਸਾਡੇ ਕੋਲ ਸਾਈਕੋਲੋਜੀਕਲੀ ਸਾਨੂੰ ਥੱਲੇ ਲਾ ਦਿੱਤਾ ਆ। ਇਸ ਬਿਮਾਰੀ ਨੇ ਸਾਡੀ ਕੈਮਿਸਟਰੀ ਨੂੰ, ਬਾਡੀ ਨੂੰ ਝੰਜੋੜ ਕੇ ਰੱਖ ਦਿੱਤਾ ਆ। ਸੋ ਇਸ ਕਰਕੇ ਮਨੋਵਿਕਾਰ ਬਹੁਤ ਆਏ ਨੇ, ਜਿਹਦੇ ਵਿੱਚ ਫੀਅਰ, ਫੋਬੀਆ, ਸਟ੍ਰੈਸ, ਸਟ੍ਰੇਨ, ਐਂਜ਼ਾਈਟੀ, ਡਿਪਰੈਸ਼ਨ ਇਸ ਵੇਲੇ ਬੜਾ ਪ੍ਰਚਲਿਤ ਹੈ। ਮੈਂ ਇਹ ਕਹਾਂਗਾ ਕਿ ਇਹਨਾਂ ਮਨੋਵਿਕਾਰਾਂ ਦੇ ਉੱਤੇ ਅਸੀਂ ਅਗਲੀ ਵਾਰੀ ਗੱਲ ਕਰਾਂਗੇ, ਕਿਉਂਕਿ ਮੈਂ ਜੇ ਗੱਲ ਕਰਨੀ ਸ਼ੁਰੂ ਕਰ ਦਾਂਗਾ ਤੇ ਤੁਹਾਡੇ ਟਾਈਮ ਫਰੇਮ 'ਚ ਆਉਣੀ ਨਹੀਂ ਹੈ। ਸੋ ਇਸ ਕਰਕੇ ਮੈਂ ਇਹ ਗੱਲ ਨੂੰ ਦੁਹਰਾ ਦਿੰਦਾ ਹੈ, ਜਾਂ ਇਹ ਕਹਿ ਦਓ ਕਿ ਇੱਕ ਕਨਕਲੂਜਨ ਹੈ ਕਿ ਹੱਸਣ ਖੇਡਣ ਮਨ ਕਾ ਚਾਓ। ਉਹ ਗੁਰਬਾਣੀ ਅਸੀਂ ਸੁਣਦੇ ਹਾਂ, ਰੋਜ਼ ਕਥਾ ਕਹਾਣੀਆਂ ਸੁਣਦੇ ਹਾਂ, ਰੋਜ਼ ਅਖੰਡ ਪਾਠ ਹੁੰਦੇ ਨੇ, ਰੋਜ਼ ਅਸੀਂ ਨਤਮਸਤਕ ਹੁੰਦੇ ਹਾਂ, ਰੋਜ਼ ਗੁਰੂ ਘਰ ਜਾਂਦੇ ਹਾਂ। ਤੇ ਜੇ ਇੱਕ ਗੱਲ ਇੰਨੀ ਪੱਲੇ ਬੰਨ੍ਹ, ਪੱਲੇ ਦਾ ਮਤਲਬ ਦਿਨ ਜਨਾਨੀਆਂ ਪਿੰਡਾਂ ਦੇ ਵਿੱਚ ਪੱਲੇ ਬੰਨ੍ਹ ਲੈਂਦੀਆਂ ਹੁੰਦੀਆਂ ਸੀ, ਚਾਹੇ ਉਹ ਟੁੱਟੇ ਭੱਜੇ ਪੈਸੇ ਹੋਣ ਤੇ ਚਾਹੇ ਕੋਈ ਚੀਜ਼ ਵਸਤੂ ਹੋਵੇ, ਉਹ ਗੰਢ ਦੇ ਕੇ ਪੱਲੇ ਬੰਨ੍ਹ ਲੈਂਦੀਆਂ ਸੀ। ਇਹ ਪੱਲੇ ਬੰਨਣ ਵਾਲੀ ਗੱਲ ਹੈ। ਹੱਸਣ ਖੇਡਣ ਮਨ ਕਾ ਚਾਓ, ਹੱਸਣ ਦਾ ਪ੍ਰਬੰਧ ਕਰ ਲਓ, ਐਂਟਰਟੇਨਮੈਂਟ, ਅਮਿਊਜ਼ਮੈਂਟ ਜਿਹੜੀ ਉਹ ਸਾਰੂ ਹੋਵੇ, ਰਚਨਾਤਮਕ ਹੋਵੇ, ਚੰਗੀ ਹੋਵੇ, ਉਹਦਾ ਪ੍ਰਬੰਧ ਕਰੋ। ਔਰ ਫਿਜ਼ੀਕਲ ਐਗਜ਼ਰਸ਼ਨ ਕਰੋ, ਜੀਵਨ ਸ਼ੈਲੀ ਬਦਲ ਲਓ। ਆਦਰਸ਼ਕ ਭੋਜਨ ਦੀ ਅਸੀਂ ਗੱਲ ਕਰਨੀ ਹੈ, ਜੇ ਫਿਜ਼ੀਕਲ ਮੈਡੀਸਨ ਨੂੰ ਅਸੀਂ ਨਾਲ ਜੋੜ ਲਵਾਂਗੇ ਤੇ ਸਵੇਰੇ ਸ਼ਾਮ ਉੱਠ ਕੇ ਸੈਰ ਕਰਨੀ ਸ਼ੁਰੂ ਕਰ ਦਿਓ। ਆਰਾਮ ਦਾ ਕੀੜਾ ਬਾਹਰ ਲਾ ਕੇ ਸੁੱਟ ਦਿਓ, ਸਬਲਿੰਗਲੀ ਟੇਸਟ ਬਡਸ ਨੂੰ ਵੀ ਪਰੇ ਕਰ ਦਿਓ, ਤੇ ਅਸੀਂ ਜੰਗ ਜਿੱਤ ਜਾਾਂਗੇ। ਸਾਡਾ ਸਰੀਰ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੇ ਕਾਬਿਲ ਹੈ। ਦੇਖੋ, ਮੋਰਟੈਲਿਟੀ, ਜਿਹੜਾ ਮਰਨਾ ਆ ਉਹ ਬਹੁਤ ਥੋੜਾ ਆ, ਅਸੀਂ ਫਿਰ ਦੁਬਾਰਾ ਇਹਦੇ ਚ ਉੱਭਰ ਕੇ ਬਾਹਰ ਆ ਰਹੇ ਹਾਂ, ਉਹ ਬਹੁਤ ਜ਼ਿਆਦਾ ਹੈ। ਉਸ ਜ਼ਿਆਦਾ ਨੂੰ ਹੋਰ ਵਧਾ ਲਈਏ, ਆਪਣੇ ਆਪ ਨੂੰ ਪ੍ਰਪੇਅਰ ਕਰੀਏ ਕਿ ਕੋਈ ਬਿਮਾਰੀ ਕਿਸੇ ਵੀ ਕਿਸਮ ਦੀ, ਚਾਹੇ ਉਹ ਮਾਰੂ ਹੋਵੇ, ਘਾਤਕ ਹੋਵੇ, ਜਾਂ ਕਿਸੇ ਵੀ ਕਿਸਮ ਦੀ, ਉਹਨੂੰ ਸਾਡਾ ਸਰੀਰ ਫੇਸ ਕਰੇ। ਜੇ ਅਸੀਂ ਕੁਦਰਤੀ ਸਿਧਾਂਤਾਂ ਨੂੰ, ਕੁਦਰਤੀ ਭੋਜਨ ਨੂੰ, ਕੁਦਰਤੀ ਜਿਹੜੀ ਜੀਵਨ ਜਾਚ ਹੈ, ਉਹਨੂੰ ਅਸੀਂ ਆਪਣੀ ਜੀਵਨ ਸ਼ੈਲੀ ਬਣਾ ਲਈਏ, ਤੇ ਮੈਂ ਸਮਝਦਾ ਕਿ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਵੀ ਸਕਦੇ ਹਾਂ, ਉਹਨਾਂ ਨਾਲ ਲੜ ਵੀ ਸਕਦੇ ਹਾਂ, ਔਰ ਫਿਰ ਪਹਿਲਾਂ ਦੀ ਤਰ੍ਹਾਂ ਅਸੀਂ ਹੱਸੀਏ ਖੇਡੀਏ। ਲੈਟ ਅਸ ਹੋਪ, ਆਸ ਕਰੀਏ, ਅਰਦਾਸ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਪਹਿਲਾਂ ਦੀ ਤਰ੍ਹਾਂ ਹੱਸਣਾ ਖੇਡਣਾ ਸ਼ੁਰੂ ਕਰ ਦਈਏ। ਇਹ ਵਾਇਰਸ ਕਿਤੇ ਗਾਇਬ ਹੋ ਜਾਏ, ਫਲੈਟਨ ਹੋ ਜਾਏ, ਬਿਲਕੁਲ ਫਲੈਟ ਹੋ ਜਾਏ, ਇਹਦੀ ਆਸ ਤੇ ਅਰਦਾਸ। ਡਾਕਟਰ ਸਾਹਿਬ, ਤੁਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਕਾਫੀ ਅਹਿਮ ਜਾਣਕਾਰੀਆਂ ਸਾਂਝੀਆਂ ਕਰ ਦਿੱਤੀਆਂ, ਔਰ ਮੈਨੂੰ ਲੱਗਦਾ ਵੀ ਸਾਡੇ ਦਰਸ਼ਕ ਜਿਹੜੇ ਸਾਨੂੰ ਵੇਖ ਰਹੇ ਹੋਣਗੇ, ਸੁਣ ਰਹੇ ਹੋਣਗੇ, ਉਹਨਾਂ ਲਈ ਕਾਫੀ ਲਾਹੇਵੰਦ ਹੋਣਗੀਆਂ। ਔਰ ਆਉਣ ਵਾਲੇ ਐਪੀਸੋਡਸ ਦੇ ਵਿੱਚ ਤੁਹਾਨੂੰ ਦੁਬਾਰਾ ਬੇਨਤੀ ਕਰਾਂਗੇ, ਕਿਸੇ ਨਾ ਕਿਸੇ ਖਾਸ ਜਿਹੜੀ ਸਿਹਤ ਸਮੱਸਿਆ ਉਸ ਬਾਬਤ ਅਸੀਂ ਗੱਲਬਾਤ ਕਰਿਆ ਕਰਾਂਗੇ।
ਤੁਸੀਂ ਇੰਨੀ ਮਸ਼ਰੂਫੀਅਤ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਆਸ ਕਰਦੇ ਹਾਂ ਕਿ ਜਿਹੜੀ ਵੈਕਸੀਨੇਸ਼ਨ ਦੀ ਗਤੀ ਤੇਜ਼ ਹੋਈ ਆ, ਉਸ ਨਾਲ ਫਟਾਫਟ ਸਾਰੇ ਲੋਕ ਜਿਹੜੇ ਉਹ ਵੈਕਸੀਨੇਸ਼ਨ ਲਵਾ ਲੈਣ ਤੇ ਅਸੀਂ ਬੈਕ ਟੂ ਨਾਰਮਲ ਲਾਈਫ ਹੋਈਏ ਜੀ। ਬਹੁਤ ਬਹੁਤ ਧੰਨਵਾਦੀ ਹਾਂ ਡਾਕਟਰ ਸਾਹਿਬ ਆਪ ਜੀ ਦੇ।